ਹੋਰ ਸ਼ਰੀਕ ਹੋਵੇ ਕੋਈ ਤੇਰਾ, ਤਿਸ ਅੱਗੇ ਤੁਧ ਆਖਾਂ। ਤੁਧ ਅੱਗੇ ਤੁਧੈ ਸਾਲਾਹੀ, ਮੈਂ ਅੰਧੇ ਨਾਉ ਸੁਜਾਖਾ। ਜੇਤਾ ਆਖਣ ਸ਼ਾਹੀ ਸ਼ਬਦੀ, ਭਾਖਿਆ ਭਾਏ ਸੋ ਭਾਈ। ਨਾਨਕ ਬਹੁਤਾ ਇਹੋ ਆਖਣ, ਸਭ ਤੇਰੀ ਵਡਿਆਈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗੁਰੂਆਂ ਦੇ ਮਹਾਨ ਗੁਰੂ, ਪੀਰਾਂ ਦੇ ਪੀਰ, ਵਲੀਆਂ ਦੇ ਵਲੀ, ਬਾਬਿਆਂ ਦੇ ਬਾਬੇ, ਹਾਦੀਏ ਬਰਹਕ, ਸਾਹਿਬੇ ਕਰਾਂ, ਵਾਲੀਏ ਦੋ ਜਹਾਂ, ਸ਼ਬਦਾ ਅਵਤਾਰ, ਰਤਨਾਂ ਦੇ ਭੰਡਾਰ, ਅੰਮ੍ਰਿਤ ਦੇ ਸੋਮੇ, ਸ੍ਰਿਸ਼ਟੀ ਦੇ ਗਿਆਨ ਦਾਤਾ, ਸਲਤਨਤ ਤੇ ਫਕਰਿਸ਼ ਦੇ ਮਾਲਕ, ਸਟੇਟ ਅਤੇ ਚਰਚ ਦੇ ਕਸਟੋਡੀਅਨ, ਰੂਹਾਨੀਅਤ ਦੇ ਮੰਬੇ, ਸੁੱਖਾਂ ਦੇ ਸਾਗਰ, ਸਤਸੰਗੀਆਂ ਦੇ ਮਾਨ ਸਰੋਵਰ, ਗੰਜੀਨਾਏ ਅਦਬ, ਅਬਰੇ ਕਰਮ, ਕਾਸ਼ਫੁਲ ਇਸਰਾਰ, ਬੇਕਸਾਰਾ ਯਾਰ, ਕਾਦਰੇ ਹਰਕਾਰ, ਸ਼ਬਦਾ ਅਵਤਾਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾ ਅੰਦਰ ਜੁੜ ਬੈਠੇ ਗੁਰੂ ਕਾ ਸੁੰਦਰ ਸਰੂਪ ਗੁਰ ਖਾਲਸਾ ਮਾਈ ਭਾਈ ਜੀਓ। ਆਓ ਸਾਰੀਆਂ ਸੰਗਤਾਂ ਰਲ ਮਿਲ ਕੇ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਅਸੀਸ, ਬਖਸ਼ੀਸ਼, ਅਨੁਗ੍ਰਹ, ਕਿਰਪਾ, ਨਦਰੇ ਕਰਮ, ਅਮਿਓ ਦ੍ਰਿਸ਼ਟ, ਜ਼ਿੰਦਗੀ ਰਮਕਾਉਣ ਵਾਲੀ, ਜੀਵਨ ਪਲਟਾਉਣ ਵਾਲੀ, ਚਿੱਤ ਅਤੇ ਸੁਰਤ ਵਿੱਚ ਔਜਾਂ ਤੇ ਮੌਜਾਂ ਪ੍ਰਦਾਨ ਕਰਨ ਵਾਲੀ ਫਤਿਹ ਦੀ ਸਾਂਝ ਆਪਸ ਵਿੱਚ ਪ੍ਰਗਟ ਕਰੀਏ। ਕੋਈ ਵੀ ਰਸਨਾ ਵਿਰਵੀ ਸਖਣੀ ਖਾਲੀ ਵਾਂਝੀ ਨਾ ਰਹੇ। ਆਪਣੇ ਗੁਰਦੇਵ ਨੂੰ ਮੱਥਾ ਟੇਕਦੇ ਹੋਏ ਗੱਜ ਕੇ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਮੈਂ ਸੁਣ ਰਿਹਾ ਸਾਂ ਕੀਰਤਨ, ਬੜਾ ਆਨੰਦ ਹੈ ਕੀਰਤਨ ਸੁਣ। ਅਸਲ ਵਿੱਚ ਅਸੀਂ ਆਏ ਗੁਰੂ ਨੂੰ ਸੁਣਨਾ, ਤੇ ਮੇਰਾ ਅੱਜ ਵਿਸ਼ਾ ਵੀ ਸੁਣਨ ਦਾ ਹੀ ਹੋਵੇਗਾ, ਕਿਉਂਕਿ ਸਭ ਤੋਂ ਔਖਾ ਜੇ ਹੈ ਨਾ ਦੁਨੀਆ 'ਚ ਕੰਮ, ਇਹ ਸੁਣਨਾ ਹੀ ਔਖਾ ਹੈ। ਆਖਣ ਔਖਾ, ਸੁਣਨ ਔਖਾ। ਕਹਿੰਦੇ ਦੋ ਗੱਲਾਂ ਨੇ ਬੜੀਆਂ ਔਖੀਆਂ, ਨਾ ਤੇ ਕੋਈ ਰੱਬ ਨੂੰ ਪੂਰਾ ਕਹਿ ਸਕਿਆ ਤੇ ਨਾ ਹੀ ਪੂਰਾ ਸੁਣ ਸਕਿਆ। ਸੱਚ ਹੈ, ਅਸੀਂ ਸੁਣਨਾ ਹੈ। ਤੇ ਚਾਂਦ ਭੱਟ ਨੂੰ ਤੁਸੀਂ ਸ਼ਾਇਦ ਸੁਣਿਆ ਹੋਵੇ, ਉਹ ਕਹਿੰਦਾ ਗੁਰੂ ਤੇ ਬੋਲਿਆ, ਗੁਰੂ ਬੋਲਿਆ। ਤੇਗ ਬਹਾਦਰ ਬੋਲਿਆ, ਬੋਲਿਆ ਹੈ। ਗੁਰੂ ਹੁਣ ਵੀ ਬੋਲਦਾ ਜੇ ਸੱਚੀ, ਬਸ ਅਸੀਂ ਸੁਣਦੇ ਨਹੀਂ। ਕਿਉਂ? ਅਸੀਂ ਹਾਲੀ ਜਾਗੇ ਨਹੀਂ ਨਾ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਬਾਣੀ ਬੋਲ ਰਹੀ ਹੈ ਤੇ ਇੱਕ ਨੂੰ ਨਹੀਂ ਬੋਲ ਰਹੀ, ਇਹ ਸਾਰੀ ਸ੍ਰਿਸ਼ਟੀ ਵਾਸਤੇ ਬੋਲ ਰਹੀ ਹੈ। ਕਹਿੰਦੇ ਜਾਗ ਬਈ, ਜਾਗ ਕੇ ਸੁਣਿਆ ਹਮੇਸ਼ਾ ਜਾਗ ਕੇ ਜਾਂਦਾ, ਸੁੱਤਿਆਂ ਕੋਈ ਵੀ ਨਹੀਂ ਸੁਣ ਸਕਦਾ। बाणी प्रभ की सबको बोले, आप अडोल न कबहू डोले।
ਬਾਣੀ ਕਹਿੰਦੀ ਸੁਣ ਭਾਈ। ਹੁਣ ਅਸੀਂ ਆਖਾਂਗੇ ਸੁਣਨਾ ਕੀ ਹੈ? ਦੇਖੋ ਬੜੀ ਗੱਲ ਹੈ, ਅਸੀਂ ਨਾ ਸੱਚ ਆਪਣੇ ਆਪ ਨੂੰ ਸੁਣਿਆ ਤੇ ਨਾ ਹੀ ਗੁਰੂ ਨੂੰ ਸੁਣਿਆ। ਜਿਸ ਦਿਨ ਸੁਣ ਲਿਆ ਨਾ ਤੇ ਸਾਡੇ ਮਹਾਨ ਫਿਲਾਸਫਰ ਉਹ ਕਹਿੰਦੇ ਤੇਰੇ ਕਪਾਟ ਹੀ ਖੁੱਲ ਜਾਣੇ ਨੇ। ਉਹ ਖੁੱਲ ਜਾਣਗੇ ਜਿੱਦਣ ਤੂੰ ਸੁਣੇਗਾ। ਤੇ ਗੁਰੂ ਕਹਿੰਦਾ ਮੈਂ ਤੇਰੇ ਤੋਂ ਸਦਕੇ ਜਾਵਾਂਗਾ। ਸੁਣ ਸੁਣ ਆਖਾਂ ਜਿਹੜੇ ਸੁਣ ਸੁਣ ਕੇ ਆਂਦੇ ਨੇ ਨਾ, ਫਿਰ ਕੀ ਕਰਦੇ ਨੇ? ਮਾਨੈ ਨਾਉ ਨਾਨਕ ਤਿੰਨ ਬਲਿਹਾਰੇ। ਮੈਂ ਤਾਂ ਸਦਕੇ ਜਾਂ ਜਿਨ੍ਹਾਂ ਨੇ ਸੁਣ ਲਿਆ। ਤੇ ਭਾਈ ਸਾਹਿਬ ਕੀ ਕਹਿੰਦੇ? ਸ਼੍ਰੀ ਗੁਰੂ ਸ਼ਬਦ ਸੁਣ ਜਿਨ੍ਹਾਂ ਨੇ ਸੁਣ ਲਿਆ। ਸਰਵਨ ਕਪਾਟ ਖੁੱਲੇ। ਫਿਰ ਉਹਨਾਂ ਦੇ ਕਪਾਟ ਖੁੱਲ ਜਾਂਦੇ ਨੇ। ਉਹਨਾਂ ਦੇ ਅੰਦਰ ਜਿਹੜਾ ਹੈ ਨਾ ਤਰਕੁਟੀ ਦੇ ਨਾਕੇ ਸਾਰੇ ਟੁੱਟ ਜਾਂਦੇ ਨੇ ਜਿਨ੍ਹਾਂ ਨੇ ਸੁਣ ਲਿਆ। ਸ਼੍ਰੀ ਗੁਰੂ ਸ਼ਬਦ ਸੁਣ ਸਰਵਨ ਕਪਾਟ ਖੁੱਲੇ। ਨਾਦੈ ਮਿਲੇ ਨਾਦ। ਨਾਦ ਜਿਹੜਾ ਹੈ ਨਾ, ਹੁਣ ਇੱਕ ਤੇ ਸਾਡੇ ਅੰਦਰ ਕੰਮ ਕਰ ਰਿਹਾ, ਇੱਕ ਬ੍ਰਹਮ ਨਾਦ ਜਿਹਦੇ ਵਿੱਚੋਂ ਅਸੀਂ ਨਿਕਲ ਕੇ ਆਏ ਹਾਂ। ਤੇ ਉਹ ਅੰਦਰ ਆਇਆ ਏ ਤੇ ਇਸ ਜੀ ਦੀ ਨਾ ਸੇਵਾ ਹੋਣ ਲੱਗ ਪਈ ਜੇ ਸੱਚੇ। ਰਾਗ ਆਸਾ ਮਹੱਲਾ ਪੰਜਵਾਂ ਬੜਾ ਸੋਹਣਾ ਮੇਰੇ ਸਤਿਗੁਰ ਨੇ 390 ਅੰਗ ਤੇ ਕਹਿੰਦੇ ਉਨ ਕੈ ਸੰਗ ਕੀ ਹੈ ਜੀ? ਤੁਮ ਕਰਤੀ ਕੇਲ। ਆ ਜਿਹੜੀਆਂ ਕੇਲਾਂ ਹੋ ਰਹੀਆਂ ਨਾ, ਇਹ ਉਹ ਸ਼ਬਦ ਦੀ ਕਿਰਪਾ ਨਾਲ ਹੋ ਰਹੀਆਂ ਨੇ ਜਿਹਨੂੰ ਅਸੀਂ ਸੁਣਿਆ ਨਹੀਂ। ਉਹਦੇ ਸੰਗ ਕਰਕੇ ਕੀ ਹੋਇਆ ਹੈ? ਉਨ ਕੈ ਸੰਗ ਹਮ ਤੁਮ ਸੰਗ ਮੇਲ। ਆ ਜਿਹੜਾ ਮੇਲ ਬਣਿਆ ਨਾ ਸੱਚੇ ਸ਼ਬਦ ਦੇ ਦੁਆਰਾ ਬਣਿਆ, ਪਰ ਸ਼ਬਦ ਨੂੰ ਅਸੀਂ ਸੁਣਿਆ ਕੋਈ ਨਹੀਂ। ਕਹਿੰਦੇ ਉਹ ਹੈ ਨਾਲ ਤੇ ਹੋਰ ਕੀ ਹੋਇਆ ਜੀ? ਉਨ ਕੈ ਸੰਗ ਤੁਮ ਸਭ ਕੋ ਲੋਰੈ। ਕਹਿੰਦੇ ਸ਼ਬਦ ਤੇਰੇ ਨਾਲ ਤੇ ਤੈਨੂੰ ਸਾਰੇ ਸਤਿ ਸ੍ਰੀ ਅਕਾਲ ਆਉਂਦੇ ਨੇ, ਸਾਰੇ ਆਉਂਦੇ ਨੇ ਆਓ ਜੀ ਆਓ, ਸ਼ਬਦ ਹੈ ਤੇ। ਉਸ ਬਿਨਾ ਕੋ ਮੁਖ ਨਹੀਂ ਜੋਰੈ। ਕਹਿੰਦੇ ਜੇ ਉਹ ਨਿਕਲ ਗਿਆ ਨਾ ਤੇ ਘਰ ਦੀ ਨਾਰ ਵੀ ਭਾਵੇਂ ਕਿੰਨਾ ਸੰਗ ਰਹਿੰਦੀ ਉਹ ਵੀ ਮੂੰਹ ਮੋੜ ਕੇ ਟੁਰ ਜਾਏਗੀ। ਇਹਨੂੰ ਕੱਢੋ ਕੱਢੋ ਬਸ ਛੇਤੀ ਲੈ ਚਲੋ, ਕਿਉਂਕਿ ਉਹ ਸੰਗ ਨਹੀਂ ਜਿਹਨੂੰ ਅਸੀਂ ਸੁਣਿਆ ਨਹੀਂ। ਕਹਿਣਗੇ ਉਹ ਬੈਰਾਗੀ ਕਿੱਥੇ ਰਹਿੰਦਾ? ਉਹ ਸ਼ਬਦ ਰਹਿੰਦਾ ਕਿੱਥੇ? ਸੱਚ ਤੁਹਾਡੇ ਕੋਲ ਰਹਿੰਦਾ ਜੇ, ਕਿਤੇ ਦੂਰ ਨਹੀਂ ਜੇ। ਉਹ ਬਿਲਕੁਲ ਨੇੜੇ ਵੇ, ਪਰ ਅਸੀਂ ਉਹਨੂੰ ਸੁਣਿਆ ਕੋਈ ਨਹੀਂ। ਤੇ ਬੈਰਾਗੀ ਕਹਾਂ ਸਮਾਏ ਤਿਸ ਬਿਨਾ ਤੂੰ ਦੇਹਰੀਰੀ। ਕਹਿੰਦੇ ਉਹਦੇ ਤੋਂ ਬਿਨਾਂ ਤਾਂ ਤੂੰ ਦੁਖੀ ਹੋਣ ਡਈ, ਉਹਨੂੰ ਸੁਣਿਆ ਨਹੀਂ ਤੂੰ, ਉਹਨੂੰ ਜਾਣਿਆ ਨਹੀਂ ਹਾਲੇ ਤੱਕ। ਸ਼੍ਰੀ ਗੁਰੂ ਸ਼ਬਦ ਸੁਣ ਸਰਵਨ ਕਪਾਟ ਖੁੱਲੇ। ਨਾਦਾ ਮਿਲਨਾਦ ਅਨਹਦ ਲਿਵਲਾਈ ਹੈ। ਗਾਵਤ ਸ਼ਬਦ ਰਸ ਰਸਨਾ ਰਸਾਇਨ ਕਾ ਨੇਚਰ ਅਪਾਰ ਧਾਰ ਭਾਠੀ ਕੈ ਚੁਆਈ ਹੈ। ਹਿਰਦੈ ਪ੍ਰਵੇਸ਼ ਗੁਰ ਸ਼ਬਦ ਨਿਧਾਨ ਗਿਆਨ। ਇਹ ਤੀਜੀ ਅਵਸਥਾ ਹੈ ਜੀ, ਜਦੋਂ ਹਿਰਦੇ ਵਿੱਚ ਸ਼ਬਦ ਜਾਂਦਾ ਹੈ ਨਾ ਉਸ ਵੇਲੇ ਇਹਨੂੰ ਗਿਆਨ ਹੋ ਜਾਂਦਾ ਹੈ। ਪਹਿਲਾਂ ਅਸੀਂ ਸੁਣਨਾ, ਆਪਾਂ ਸੁਣਨ ਤੋਂ ਸ਼ੁਰੂ। ਤੇ ਜਿਹਨੇ ਜਗਤ ਨੂੰ ਨਹੀਂ ਨਾ ਸੁਣਿਆ ਸੱਚ, ਕਦੀ ਵੇਖ ਲਿਓ ਜੀ, ਜਿਸ ਬੱਚੇ ਨੇ ਜਗਤ ਨੂੰ ਸੁਣਿਆ ਨਹੀਂ ਉਹ ਗੂੰਗਾ ਹੋਏਗਾ, ਉਹ ਬੋਲੇਗਾ ਨਹੀਂ ਕਦੀ ਸੱਚ। ਐਨ ਇਸੇ ਤਰ੍ਹਾਂ ਜਿਸ ਨੇ ਸ਼ਬਦ ਨੂੰ ਸੁਣਿਆ ਨਹੀਂ ਨਾ ਉਹ ਅੱਗੇ ਜਾ ਕੇ ਉਹ ਬੋਲਣਾ ਕੀ ਉਹਨੇ, ਉਹਦੇ ਵਿਚਾਰਾ ਦੁਖੀ ਹੋਏਗਾ। ਹੁਣ ਭਾਈ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਜਦੋਂ ਸੁਣਿਆ ਕਪਾਟ ਖੁੱਲੇ। ਹੁਣ ਮੈਂ ਗਾਉਣ ਲੱਗ ਪਿਆ ਹਾਂ। ਗਾਵਤ ਸ਼ਬਦ ਕਿਉਂ ਗਾ ਰਿਹਾ? ਪੈਸਿਆਂ ਵਾਸਤੇ ਨਹੀਂ ਗਾਉਂਦਾ, ਮਾਇਆ ਇਕੱਠੀ ਕਰਨ ਲਈ ਨਹੀਂ ਗਾਉਂਦਾ। ਕਿਉਂ ਗਾ ਰਹੇ ਹੋ ਜੀ? ਕਹਿੰਦੇ ਰਸ ਲੈਣ ਲਈ ਗਾ ਰਿਹਾ। ਗਾਵਤ ਸ਼ਬਦ ਰਸ ਰਸਨਾ ਰਸਾਇਨ ਕੈ। ਰਸ ਲੈਣ ਲਈ ਗਾਉਣਾ, ਮੇਰੀ ਅੰਦਰੋਂ ਰਸ ਪ੍ਰਗਟ ਹੋਵੇ ਸ਼ਬਦ ਨੂੰ ਸੁਣ ਕੇ, ਸ਼ਬਦ ਨੂੰ ਗਾ ਕੇ।
ਕਹਿੰਦੇ ਉਹਦੇ ਬਦਲੇ ਵੀ ਮਿਲੇਗਾ ਤੈਨੂੰ ਕੁਝ ਨਾ ਕੁਝ ਜ਼ਰੂਰ ਮਿਲੇਗਾ, ਪਰ ਮਿਲੇਗੀ ਉਹ ਦਾਤ ਜਿਹੜੀ ਇਸ ਜਗਤ ਨੇ ਨਹੀਂ ਦਿੱਤੀ ਤੇ ਨਾ ਦੇ ਸਕਦਾ ਹੈ, ਅਕਾਲ ਪੁਰਖ ਦੇ ਸਕਦਾ ਹੈ। ਉਹ ਕੀ ਦਿੰਦਾ ਜੀ? ਨਿਹਚਰ ਅਪਾਰ ਧਾਰ। ਆ ਜਿਹੜੇ ਦਸਮ ਦੁਆਰੇ ਦੀ ਭੱਠੀ ਦੇ ਵਿੱਚੋਂ ਅੰਮ੍ਰਿਤ ਦੀ ਧਾਰ ਚੁੰਦੀ ਹੈ ਨਾ, ਤੈਨੂੰ ਚੋਣ ਲੱਗ ਪਏਗੀ। ਭਾਠੀ ਕੈ ਚੁਆਈ ਹੈ, ਚੋਣ ਲੱਗ ਪਈ। ਕਹਿੰਦੇ ਹੁਣ ਆਇਆ ਇਹ ਸ਼ਬਦ ਜਦੋਂ ਸੁਣ ਸੁਣ ਕੇ ਹਿਰਦੇ ਵਿੱਚ ਆ ਗਿਆ ਨਾ, ਹੁਣ ਕੀ ਹੋਇਆ ਹੈ? ਅਧਿਆਤਮਿਕ ਦੀਆਂ ਗੱਲਾਂ ਨੇ ਸਾਸਨ ਧਿਆਨ ਰੱਖਣਾ, ਇਹ ਜਿੰਨਾ ਚਿਰ ਨਾ ਸੁਣੀਆਂ ਜਾਣ ਪਤਾ ਨਹੀਂ ਲੱਗਦਾ। ਕਹਿੰਦੇ ਹਿਰਦੇ ਦੇ ਵਿੱਚ ਉਹ ਸ਼ਬਦ ਜਿਹੜਾ ਸੀ ਨਾ ਆ ਕੇ ਉਹਨੂੰ ਟਿਕ ਗਿਆ। ਹਿਰਦੇ ਪ੍ਰਵੇਸ਼, ਗੁਰ ਸ਼ਬਦ ਨਿਧਾਨ, ਖਜ਼ਾਨਾ ਜਿਹੜਾ ਹੈ। ਕਹਿੰਦੇ ਖਜ਼ਾਨੇ ਦਾ ਕੀ ਹੋ ਗਿਆ? ਮੈਂ ਕਿਹਾ ਗਿਆਨ ਹੋ ਗਿਆ ਹੈ, ਨਿਧਾਨ ਗਿਆਨ। ਤੇ ਦੁਨੀਆ ਦਾ ਹਰ ਬੰਦਾ ਇਹ ਗੱਲ ਕਹੇਗਾ, ਮਨ ਨਹੀਂ ਟਿਕਦਾ ਬਾਣੀ ਪੜ੍ਹਨ ਲੱਗਿਆ, ਮਨ ਨਹੀਂ ਟਿਕਦਾ ਭਜਨ ਕਰਨ ਲੱਗਿਆ। ਇਹ ਤੀਜੀ ਅਵਸਥਾ ਹੈ ਜਦੋਂ ਭਾਈ ਸਾਹਿਬ ਕਹਿੰਦੇ ਤੇਰਾ ਮਨ ਟਿਕੇਗਾ, ਪਹਿਲੋਂ ਸੁਣ ਤੇ ਸਹੀ ਨਾ, ਫਿਰ ਉਹਨੂੰ ਗਾ, ਫਿਰ ਤੇਰੇ ਹਿਰਦੇ ਵਿੱਚ ਆਏਗਾ, ਫਿਰ ਟਿਕੇਗਾ। ਹਿਰਦੇ ਪ੍ਰਵੇਸ਼ ਗੁਰ ਸ਼ਬਦ ਨਿਧਾਨ ਗਿਆਨ ਧਾਵਤ ਬਰਜ। ਜਿਹੜਾ ਮਨ ਦੌੜ ਕੇ ਬਾਹਰ ਜਾਂਦਾ ਸੀ ਨਾ, ਉਹ ਹੁਣ ਅੰਦਰ ਆਏਗਾ, ਉਹ ਅੰਤਰਮੁਖੀ ਹੋ ਜਾਏਗਾ। ਉਹ ਕਹੇਗਾ ਕਿ ਕਬੀਰ ਸਾਹਿਬ ਜੀ ਕਹਿੰਦੇ ਉਹ ਥਾਂ ਬੜਾ ਔਖਾ ਹੈ। ਅਗਮ ਦੁਰਗਮ ਗੜ ਰਚਿਓ ਬਾਸ, ਜਾਮ ਜੋਤ ਕਰੈ ਪ੍ਰਗਾਸ। ਬਿਜਲੀ ਚਮਕੈ ਹੋਏ ਆਨੰਦ, ਆਨੰਦ ਹੀ ਆਨੰਦ। ਕਹਿੰਦੇ ਉੱਥੇ ਕੌਣ ਰਹਿੰਦਾ ਹੈ? ਜਹ ਪੌੜੇ ਪ੍ਰਭ ਬਾਲ ਗੋਬਿੰਦ। ਜਿੱਥੇ ਗੋਬਿੰਦ ਰੂਪੀ ਬਾਲ ਰਹਿੰਦਾ ਹੈ ਨਾ, ਜਿੱਥੇ ਸਾਡੀ ਆਤਮਾ ਰਹਿੰਦੀ ਹੈ, ਕਹਿੰਦੇ ਸੁਣ ਕੇ ਉੱਥੇ ਪੜ ਤੇ ਸਹੀ, ਉੱਥੇ ਜਾਏਗਾ ਤੈਨੂੰ ਪਤਾ ਲੱਗੇਗਾ ਭਾਈ ਤੂੰ ਹਾਲੇ ਸੁਣਿਆ ਨਹੀਂ। ਚੌਥਾ ਜਿਹੜਾ ਪਦ ਜਿਹਨੂੰ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਜਦੋਂ ਇਹ ਸੁਰਤ ਜਿਹੜੀ, ਕਿਉਂਕਿ ਗੁਰੂ ਨੂੰ ਸੁਣਨਾ ਸੀ, ਆਪਣੇ ਗੁਰੂ ਨੂੰ ਸੁਣਨਾ ਸੀ, ਸੁਣਨਾ ਚੇਲੇ ਨੇ ਸੀ। ਚੇਲਾ ਕੌਣ ਹੈ? ਸ਼ਬਦ ਗੁਰੂ ਹੈ, ਸੁਰਤ ਚੇਲਾ ਹੈ। ਇਹਨਾਂ ਦਾ ਆਪਸ ਦੇ ਵਿੱਚ ਸੰਬੰਧ ਬਣਨਾ ਸੀ, ਪਰ ਸੁਰਤ ਹਾਲੀ ਟਿਕ ਹੀ ਨਹੀਂ ਰਹੀ। ਸੁਰਤ ਨਹੀਂ ਟਿਕਦੀ ਸਾਧ ਸੰਗਤ। ਕਹਿੰਦੇ ਹੁਣ ਕੀ ਹੋਇਆ? ਕਹਿੰਦੇ ਹੁਣ ਮਨ ਨਹੀਂ ਜਾਂਦਾ ਫਿਰੇ, ਧਾਵਤ ਬਰਜ ਉਨ ਮਨ ਲਿਵ ਲਾਈ ਹੈ। ਉਨ ਮਨ ਹੋ ਕੇ ਹੁਣ ਇਹ ਲਿਵ ਜੋੜ ਕੇ ਬਹਿ ਗਿਆ ਹੈ, ਇਹਦੀ ਲਿਵ ਲੱਗ ਗਈ ਹੈ। ਚੌਥਾ ਪਦ ਕੀ ਹੈ ਜੀ? ਸ਼ਬਦ ਅਵੇਸ਼। ਹੁਣ ਅਸੀਂ ਸ਼ਬਦ ਦੇ ਵਿੱਚ ਹੀ ਵੜ ਗਏ ਹਾਂ। ਸ਼ਬਦ ਅਵੇਸ਼, ਸੁਣਨ ਤੋਂ ਕਿਰਿਆ ਹੋਈ ਸ਼ੁਰੂ, ਫਿਰ ਗਾਇਆ, ਫਿਰ ਹਿਰਦੇ ਵਿੱਚ ਆਇਆ। ਕਹਿੰਦੇ ਹੁਣ ਮੈਂ ਸ਼ਬਦ ਦੇ ਵਿੱਚ ਵੜ ਗਿਆ ਹਾਂ, ਹੁਣ ਪਵਨ ਰੂਪ ਹੋ ਗਏ ਹਾਂ, ਇੱਕਮਿਕ ਹੋ ਗਏ, ਹੁਣ ਫਿਰ ਬੌਲਾ ਆਉਣਾ ਹੀ ਨਹੀਂ ਪਏਗਾ। ਸ਼ਬਦ ਅਵੇਸ਼। ਭਾਈ ਸਾਹਿਬ ਕਹਿੰਦੇ ਹੁਣ ਤੇ ਰੱਬ ਦੇ ਵਿੱਚ ਟੁਰ ਗਏ। ਸ਼ਬਦ ਅਵੇਸ਼, ਪਰਮਾਤਮ ਪ੍ਰਵੇਸ਼ ਧਾਰ। ਪਰਮਾਤਮਾ ਵੀ ਪ੍ਰਵੇਸ਼ ਕਰ ਗਏ। ਕਹਿੰਦੇ ਜਦੋਂ ਅਸੀਂ ਪਰਮਾਤਮਾ ਵਿੱਚ ਪ੍ਰਵੇਸ਼ ਕੀਤਾ ਤਾਂ ਸਾਨੂੰ ਪਤਾ ਕਿਵੇਂ ਲੱਗਾ? ਕਹਿੰਦੇ ਜੀ ਪਤਾ ਇਸ ਤਰ੍ਹਾਂ ਲੱਗਾ, ਦਿਵ ਦੇ ਦਿਵ ਜੋਤ ਪ੍ਰਗਟ ਦਿਖਾਈ ਹੈ। ਕੋਈ ਭਜਨ ਕਰਕੇ ਵੇਖੇ, ਉਹ ਆਪਣੀ ਜੋਤ ਤੇ ਆਪਣੀ ਸੂਖਸ਼ਮ ਦੇਹੀ ਜਿਹੜੀ ਹੈ ਨਾ, ਸਾਖਸ਼ਾਤ ਅੱਗੇ ਵੇਖ ਲੇਗਾ, ਸਾਖਸ਼ਾਤ ਉਹਨੂੰ ਦਰਸ਼ਨ ਹੁੰਦੇ ਨੇ। ਪਰ ਭਜਨ ਕਰਕੇ, ਸੁਣ ਕੇ ਨਾਮ ਨੂੰ, ਨਾਮ ਸੁਣਨ ਵਾਸਤੇ ਆਇਆ ਸੀ, ਨਾਮ ਸੁਣਿਆ ਨਹੀਂ। ਤੇ ਸਾਹਿਬ ਕਹਿ ਰਹੇ ਨੇ, ਧੰਨ ਗੁਰੂ ਨਾਨਕ ਕਹਿੰਦੇ ਕਿੱਥੇ ਰਹਿੰਦਾ ਉਹ? ਜਿਤ ਦਰ ਵਸੈ, ਜਿਸ ਦਰ ਦੇ ਵਿੱਚ ਉਹ ਰਹਿੰਦਾ ਹੈ। ਜਿਤ ਦਰ ਵਸੈ ਕਵੰਦਰ ਕਹੀਏ। ਕਿਹੜਾ ਆਖੀਏ ਜੀ ਘਰੋਂ? ਕਿਹੜਾ ਦਰ ਹੈ? ਉਹਦਾ ਬੂਆ ਕਿਹੜਾ ਹੈ? ਦਰਾਂ ਭੀਤਰ ਦਰ ਕਵਨ ਲਹੈ, ਜਿਸ ਦਰ ਕਾਰਨ ਫਿਰੈ ਉਦਾਸੀ, ਸੋ ਦਰ ਕੋਈ ਆਏ ਕਹੈ। ਮੈਨੂੰ ਆ ਕੇ ਉਹ ਦਰ ਹੀ ਦੱਸ ਦੇ, ਅਸੀਂ ਉਹਦੇ ਦਰ ਤੇ ਹੀ ਅੱਪੜ ਜਾਈਏ ਸੁਣ ਸੁਣ ਕੇ, ਤੇ ਪਤਾ ਲੱਗਦਾ ਸੱਚੇ ਅਸੀਂ ਗੁਰੂ ਨੂੰ ਸੁਣਨ ਨਹੀਂ ਆਉਂਦੇ। ਪਰ ਜਿਹੜੀਆਂ ਸੁਰਤੀਆਂ ਸੁਣਦੀਆਂ ਬਾਹਰ ਬਹਿ ਕੇ ਸੁਣ ਲੈਂਦੀ, ਜਿਹੜੇ ਸਰੋਤੇ ਹੁੰਦੇ ਨੇ ਉਹਨਾਂ ਨੂੰ ਸਰੋਤੇ ਆਖੀਦਾ। ਤੇ ਸੁਣਨਾ ਕਿਉਂ ਹੈ? ਸੁਣਨਾ ਕਿਉਂ ਹੈ? ਕਹਿੰਦੇ ਜੀ ਸੁਣਨਾ ਇਸ ਵਾਸਤੇ ਜਿੱਥੇ ਉਹ ਰਹਿੰਦਾ ਉੱਥੇ ਅੱਪੜ ਜਾਈਏ। ਜਿਸ ਦਰ ਵਸੈ ਕਵੰਦਰ ਕਹੀਏ, ਦਰਾਂ ਭੀਤਰ ਦਰ ਕਮਲ ਰਹੇ, ਜਿਸ ਦਰ ਕਾਰਨ ਫਿਰੈ ਉਦਾਸੀ, ਸੋ ਦਰ ਕੋਈ ਆਏ ਕਹੈ। ਕਿਨ ਬਿਦ ਸਾਗਰ ਤਰੀਐ, ਜੀਵਤਿਆਂ ਨਹਿ ਮਰੀਐ।
ਐਸ ਕਰਕੇ ਆ ਦੋ ਕੰਮ ਜਿਹੜੇ ਨਾ ਪਈ, ਇੱਕ ਤੇ ਭਵਜਲ ਤਰਿਆ ਜਾਏ ਸੌਖਾ। ਭਵਜਲ ਕੀ ਆ ਭੈ ਦਾ ਜਿਹੜਾ ਸਾਰਾ ਸੰਸਾਰ ਹੈ ਨਾ, ਇਹਨੂੰ ਤਰ ਜਾਈਏ ਭੈ ਜਲ, ਤੇ ਦੂਜਾ ਜੀਵਨ ਮਿਲ ਜਾਏ। ਜੀਵਤਿਆਂ ਨਹਿ ਮਰੀਐ, ਕਹਿਣ ਲੱਗੇ ਇਹ ਜਿਉਂਦਾ ਹੀ ਰਹੇ ਸਦਾ ਸੱਚੇ। ਤੇ ਹੁਣ ਇਹ ਜਿਉਂਦਾ ਕਿਵੇਂ ਰਹੇਗਾ ਜੀ? ਦੇਖੋ ਇਹ ਜਿਉਂਦਾ ਕਿਵੇਂ ਰਹੇਗਾ? ਜਿਉਂਦਾ ਇਸ ਤਰ੍ਹਾਂ ਰਹਿੰਦਾ ਹੈ, ਜਿਹੜਾ ਮਰਦਾ ਨਹੀਂ ਉਹਦੇ ਨਾਲ ਸੰਬੰਧ ਬਣਾ ਲਓ, ਬਸ ਗੱਲ ਮੁੱਕ ਗਈ। ਜਿਹੜਾ ਮਰਦਾ ਹੀ ਨਹੀਂ ਉਹਦੇ ਨਾਲ ਮਿਲ ਜਾਓ, ਉਹਦੇ ਵਿੱਚ ਪ੍ਰਵੇਸ਼ ਕਰ ਜਾਓ, ਉਹਦੇ ਵਿੱਚ ਪ੍ਰਵੇਸ਼ ਕਰ ਜਾਓ, ਗੱਲ ਮੁੱਕ ਗਈ। ਪਰ ਅਸੀਂ ਤਾਂ ਉੱਥੇ ਜਾਂਦੇ ਨਹੀਂ ਨਾ। ਬਾਣੀ ਸਦਾ ਰਹੇਗੀ, ਬਾਣੀ ਦੇ ਵਿੱਚ ਪ੍ਰਵੇਸ਼ ਕਰ ਜਾਓ, ਸੱਚੇ ਬਾਣੀ ਦੇ ਵਿੱਚ ਪ੍ਰਵੇਸ਼ ਕਰ ਜਾਓ, ਬਾਣੀ ਦੇ ਵਿੱਚ ਵੜ ਜਾਓ, ਬਸ ਗੱਲ ਮੁੱਕ ਜਾਏਗੀ। ਬਾਣੀ ਇਹਦੇ ਹਿਰਦੇ ਵਿੱਚ ਨਾਮ ਪ੍ਰਗਟ ਕਰ ਦੇਗੀ, ਇਹਨੂੰ ਉੱਥੇ ਲੈ ਜਾਏਗੀ ਜਿਸ ਥਾਂ ਦੇ ਉੱਤੇ ਨਿਰੰਕਾਰ ਬੈਠਾ ਹੋਇਆ ਹੈ, ਕਹਿੰਦੇ ਉੱਥੇ ਲੈ ਜਾਏਗੀ। ਤੇ ਮੈਂ ਇੱਕ ਪੰਕਤੀ ਕਹਿ ਦਿਆਂ, ਇਹ ਬਾਣੀ ਨਾ ਤੁਹਾਡੀ ਨਾ ਸਾਡੀ, ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਨਿਜ ਘਰ ਲੈ ਜਾਂਦੀ ਹੈ, ਆਪਣੇ ਘਰ ਲੈ ਜਾਂਦੀ ਹੈ, ਆ ਵੀ ਤੈਨੂੰ ਉੱਥੇ ਲੈ ਕੇ ਜਾਵਾਂ ਜਿੱਥੋਂ ਫਿਰ। ਤੇ ਜਦੋਂ ਇਹ ਮਰਦਾ ਹੈ ਸ਼ਬਦ ਦੇ ਵਿੱਚ, ਮੈਂ ਉਦਾਹਰਨਾਂ ਗੁਰੂ ਸਾਹਿਬ ਦੀਆਂ ਧਿਆਨ ਵਿੱਚ ਰੱਖਿਓ ਜੀ, ਵਾਰਾਂ ਤੋਂ ਵਧੇਕ ਕੇ ਮੇਰੇ ਸਤਿਗੁਰੂ ਸ਼ਬਦ ਮਰਿਆ ਹੈ। ਇਹ ਸ਼ਬਦ ਦੇ ਵਿੱਚ ਅਵੇਸ਼ ਹੋ ਗਿਆ ਨਾ, ਮਰ ਗਿਆ, ਤੇ ਉਹਦੇ ਵਿੱਚੋਂ ਨਿਕਲਣਾ ਕੀ ਹੈ? ਕਹਿੰਦੇ ਉਹ ਆਨੰਦ ਨਿਕਲੇਗਾ। ਸ਼ਬਦ ਮਰਿਆ ਹੈ ਤਿਸ ਸਦਾ ਆਨੰਦ, ਸਤਿਗੁਰ ਭੇਟੈ ਗੁਰ ਗੋਬਿੰਦ, ਨਾ ਫਿਰ ਮਰੈ ਨਾ ਆਵੇ ਜਾਏ, ਪੂਰੇ ਗੁਰ ਤੇ ਸੱਚ ਸਮਾਏ। ਪੂਰੇ ਗੁਰੂ ਨੇ ਸੱਚ ਵਿੱਚ ਵਾੜ ਦਿੱਤਾ ਜੀ, ਸੱਚ ਦੇ ਵਿੱਚ ਸਮਾਈ ਗਈ। ਤੇ ਸਾਹਿਬ ਕਹਿੰਦੇ ਨੇ ਹੁਣ ਕਿਵੇਂ ਹੋਵੇਗਾ? ਤੇ ਗੁਰਬਾਣੀ ਸਤਿਗੁਰੀ ਦੇਖੋ ਕੀ ਕਹਿ ਰਹੀ ਹੈ, ਕਹਿੰਦੇ ਹਾਂ ਰਹਿਣਾ ਮੈਂ ਤੁਸਾਂ। ਬੰਦਾ ਕਹਿੰਦਾ ਜੀ ਰਹਿਣਾ ਸੀ, ਆਖਣ ਲੱਗਾ ਮੈਂ ਤਰੀਕਾ ਦੱਸਣਾ ਜੀ। ਤਰੀਕਾ ਆਪ ਜੀ ਸਰਵਣ ਕਰੋ, ਇੱਕ ਜੁਗਤੀ ਆਪ ਜੀ ਸਰਵਣ ਕਰੋ ਕਿ ਇਹ ਰਹਿਣਾ ਕਿਵੇਂ ਮੈਂ। ਆਂਦੇ ਨੇ ਦੋ ਚੀਜ਼ਾਂ ਰੱਖਣੀਆਂ ਹੋਣ ਨਾ ਸਦਾ ਵਾਸਤੇ, ਤੇ ਕਹਿੰਦੇ ਉਹਨਾਂ ਦੀ ਇੱਕ ਜੁਗਤੀ ਤਰੀਕਾ ਹੈ। ਕਿਹੜੀ? ਕਹਿੰਦੇ ਕਾਗਜ਼ ਲੂਣ। ਲੂਣ ਪਾਣੀ ਮਾੜਾ ਜਿਹਾ ਲੱਗੇ ਨਾ ਗਲ ਜਾਂਦਾ, ਤੇ ਕਾਗਜ਼ ਨੂੰ ਵੀ ਮਾੜਾ ਜਿਹਾ ਕਿਰੇ ਪਾਣੀ ਉੱਤੇ ਪਾ ਦਿਓ ਤੇ ਕਾਗਜ਼ ਵੀ ਗਲ ਜਾਂਦਾ। ਕਹਿੰਦੇ ਗਲਣਗੇ ਕਦੀ ਨਾ, ਪਰ ਇਹਦਾ ਇੱਕ ਜੁਗਤ ਕਰਨੀ ਪੈਗੀ। ਕਹਿੰਦੇ ਜੁਗਤ ਕਿਹੜੀ ਹੈ? ਕਾਗਜ਼ ਲੂਣ ਰਹੇ। ਦੇਖੋ ਇੱਕ ਪੰਕਤੀ, ਇੱਕੋ ਪੰਕਤੀ ਜਿਹਦੀ ਵਿਆਖਿਆ ਭਾਈ ਸਾਹਿਬ ਨੇ ਕੀਤੀ, ਰਹੇ ਕਰਿਤ ਸੰਗੇ। ਕਹਿੰਦੇ ਇਹਨਾਂ ਦੋਵਾਂ ਨੂੰ ਨਾ ਘਿਓ ਦੇ ਵਿੱਚ ਇੱਕ ਮਿਕ ਕਰ ਦਿਆ ਜੀ, ਘਿਓ ਚ, ਤੇ ਅਜਮਾ ਕੇ ਘਰ ਜਾ ਕੇ ਬੇਸ਼ੱਕ ਕਰਕੇ ਵੇਖ ਲਿਆ ਜੇ। ਲੂਣ ਦਾ ਢੇਲਾ ਲੈ ਕੇ ਨਾ ਉਹਨੂੰ ਘਿਓ ਦੇ ਵਿੱਚ ਕੜਾਈ ਚ ਪਾ ਕੇ ਘਿਓ ਉਹਨੂੰ ਉਬਾਲ ਲਓ ਚੰਗੀ ਤਰ੍ਹਾਂ, 10-15 ਮਿੰਟ ਜਿਹੜਾ ਉਹ ਘਿਓ ਦੇ ਵਿੱਚ ਲੂਣ ਉਬਲਦਾ ਰਹੇ, ਤੇ ਉਹਨੂੰ ਪਾਣੀ ਛੱਡ ਦਿਓ। ਜੇ ਲੱਖਾਂ ਸਾਲ ਵੀ ਉਹ ਗਲ ਜਾਏ, ਜੋ ਮਰਜ਼ੀ ਜੀ ਕਰ ਲਿਆ। ਮੇਰੇ ਸਤਿਗੁਰ ਦਾ ਹੈ ਉਹਦਾ। ਦੂਜਾ ਉਦਾਹਰਣ ਕਾਗਜ਼। ਕਾਗਜ਼ ਗਲ ਜਾਂਦਾ, ਅਜਮਾ ਕੇ ਦੇਖ ਲਿਓ ਜੀ ਸਵੇਰੇ। ਕਾਗਜ਼ ਨੂੰ ਘਿਓ ਦੇ ਵਿੱਚ ਇੱਕ ਮਿਕ ਕਰ ਲਓ ਤੇ ਫਿਰ ਉਹਨੂੰ ਪਾਣੀ ਛੱਡ ਦਿਓ, ਪਾਣੀ ਉੱਤੇ ਅਸਰ ਨਹੀਂ ਕਰੇਗਾ। ਇਸ ਸੁਰਤ ਨੂੰ ਵੀ ਬਾਣੀ ਦੇ ਵਿੱਚ ਇੱਕ ਮਿਕ ਕਰ ਦਿਓ, ਸੱਚ ਦੇ ਜਮ ਜਿਹੜਾ ਉਹ ਨੇੜੇ ਵੀ ਨਹੀਂ ਆਏਗਾ, ਨਾ ਇਹਦੇ ਫਿਰ ਮਰਨਾ ਹੀ ਆਏਗਾ। जैसे कृतास कर जा जल बूंद परिकृत संबंध जल मद सावधान है। जैसे कोट भार तूल तनंग चिनंग जरा तेल मेल दीपक में बाती विद्यमान है। जैसे लो बूढ़ जात सलल में डारती काष्ट प्रसंग संग सागर न मान है। तैसे जम काल ब्याल सगल संसार ग्रस है। सारे नु खा जाना ने सच्चे जमन निज छड़ना। की करिए देखो भाई साहब अखीरली पंक्ति दस रहे ने कहने सुन बापू अपने नु सुन अपने प्यो नु ते ओदे विच एक मिक हो जा। तैसे जम काल ब्याल सगल संसार ग्रस है। की करिए ये बचन ले सतगुर भेटत अपने गुरु ना भेंट कर लई बाणी ना मिल जाई। बाणी अंदरों शब्द प्रगट करेगी। सतगुर भेटत ही दासन दसान है। तेरे दासां दा भी ओ जम जेड़ा ना दास बन के खड़ा होएगा। जमकाल मिले दे भेट सेवक नित होए।
ਇਦਾਂ ਸੇਵਕ ਬਣ ਜਾਏਗਾ। ਸਾਹਿਬ ਕਹਿੰਦੇ ਵੇਖੋ ਜਦੋਂ ਇੱਥੋਂ ਇਹ ਲੈ ਕੇ ਜਾਂਦਾ ਨਾ ਦਾਤ ਸ਼ਬਦ ਦੀ, ਸ਼ਬਦ ਨੂੰ ਸੁਣਦਾ ਹੈ, ਬਾਣੀ ਨੂੰ ਸੁਣਦਾ ਹੈ, ਨਾਮ ਨੂੰ ਸੁਣਦਾ ਹੈ, ਉਸ ਵੇਲੇ ਜਦੋਂ ਜਾਂਦਾ ਹੈ ਨਾ ਤੇ ਗੁਰਦੇਵ ਇਸ ਗੱਲ ਦੀ ਪੁਸ਼ਟੀ ਕਰ ਰਹੇ ਨੇ, ਨਾਮ ਧਿਆਨ ਸਾਜਣਾ। ਭਈ ਜਿਨ੍ਹਾਂ ਸਜਣਾ ਨੇ ਨਾਮ ਨੂੰ ਧਿਆਨ ਵਿੱਚ ਰੱਖਿਆ, ਇੱਕ ਹੁੰਦਾ ਜਪਣਾ, ਇੱਕ ਹੁੰਦਾ ਸਿਮਰਨਾ, ਇੱਕ ਹੁੰਦਾ ਧਿਆਉਣਾ, ਜਿਹੜਾ ਧਿਆਨ ਵਿੱਚ ਆ ਜਾਏ। ਜਿਹੜੀ ਚੀਜ਼ ਤੁਹਾਡੇ ਧਿਆਨ ਵਿੱਚ ਆ ਗਈ ਸਤਸੰਗ, ਉਹ ਕਦੀ ਨਹੀਂ ਜਾਏਗੀ। ਜਿਹੜੀ ਯਾਦ ਕਰ ਲਈ ਨਾ, ਉਹ ਹੋ ਸਕਦਾ ਹੈ ਅਗਲੇ ਦਿਨ ਭੁੱਲ ਜਾਏ, ਉਹ ਭੁੱਲ ਸਕਦੀ ਹੈ। ਪਰ ਜਿਹੜੀ ਧਿਆਨ ਵਿੱਚ ਆ ਗਈ ਨਾ ਚੀਜ਼, ਉਹ ਨਹੀਂ ਕਦੀ ਵੀ ਜਾ ਸਕਦੀ, ਕਿਉਂਕਿ ਉਹ ਪੱਕੇ ਖਜ਼ਾਨੇ ਵਿੱਚ ਆ ਗਈ ਹੈ, ਉਹ ਤੁਹਾਡੀ ਪੱਕੀ ਕੋਠੀ ਵਿੱਚ ਆ ਗਈ ਹੈ। ਕੋਠੀ ਕਿਹੜੀ ਹੈ? ਹੈ ਅਸਲ ਦੇ ਵਿੱਚ ਸੁਰਤ ਕੋਠੀ ਇਸ ਬੰਦੇ ਦੀ। ਤੇ ਕਬੀਰ ਸਾਹਿਬ, ਕਬੀਰ ਕੋਠਰੇ ਮੈਂ ਕੋਠਰੀ, परम कोठी विचार, परम कोठी की है विचार है संसार ते सारी दुनिया विचार की कोठी विच रहिंदी है साध संगत जी। गुरु नानक साहब वो की कहंदे ने, वो कहंदे ने ओ भलिया मैं एक तेनू माना वा तू आया है ते सुन लै अपने गुरु नू, जप लै। कहंदे जी क्यों जपां? अब देखो उन्होंने किड्डा कमाल था, कहंदे साबाई साला शब हुंदी है रात जदों रहिंदी होए पैर, साबाई साला हुण दस दिता। कहंदे जपना किवें में, ओदी सिफत सलाह करनी किवें में? कहंदे जिन्नी ध्याया एक मन, मन ना खिलरे एक हो जाए, सुन ले छे पूरे शाह। कहंदे रब दे घर दे शाह बन गए बई, छे पूरे शाह। क्यों शाह बने ने? जो वक्त दे ऊपर लड़ मूए, जेड़े वक्त दे उत्ते ना उन्होंने खंडा खड़काया अपनी सुरत दा शब्द दे विच, कहन लगे ओ हुण शाह बन गए ने। हाँ जी ना ना बने शाह ते कहंदे फिर आ हाल हो जाएगा कि दूजे मन की मत्ती खिंडियां। हुण मन दी मत खिलर गई है, सारियां दी खिलरदी है साध संगत जी, भावें कोई भी होवे। जे अमृत वेला नहीं संभालिया तो सारियां दी मत खिलर जाएगी। कोई कहेगा मैं ब्याह जाना है, कोई आखेगा कचहरी जाना है, कोई कहेगा मैं किसी भोग ते जाना है, कोई कहेगा मैं नौकरी जाना है, कोई कहेगा मैं बीजन जाना है पैली, कोई कहेगा मैं खाद मार। सारियां दी मत खिलर गई है ते सारा दिन जेड़ा है ना इस नदी दे विच, इस समुंदर दे विच गोते खांदा होए निकलिया नहीं जांदा, मरदा रहिंदा है। ध्यान नाल किवें मरदा है जी? क्योंकि गुरु साहब दसणगे मरों विचारी सूल, ये विचारां दे सूल च ही मर जाता है। दूजे मन की मत्ती खिंडियां बहुत पे असगा, गोते खाए ना निकले। कहने गोते खांदा रहा ए जी, इहदे तो विचारां तो बाहर नहीं निकलिया गया। सच इहदे संस्कार जेड़े ना नाल दी नाल विचार पैदा करते रहे, जगत दी कर रहे ने, निरंकार दी विचार ही नहीं आई, सुनिया नहीं। कहन लगे जो हुण विचारां तो अगे निकलदा है ना ते उदों की हुंदा है? कह उदों कहंदा यार भुख लग गई हुण, तीजे मुई गरां लियाओ भाई, बैठी लियाओ, कोई परांठा शरांठा लियाओ, कोई टोस्ट लियाओ, कोई सवेरे सवेरे खाइए, बर्गर लियाओ, पिज़्ज़ा लियाओ, कुछ लेके आओ तो सही ना। तीजे मुई गरां भुख तिखा दोए भौंकियां, खादा होए सवा भी खाने से दोस्ती। उन्हें खाण दे नाल इहदी दोस्ती बन गई ते खांदियां खांदियां हो की गया, खांदियां खांदियां मुंह घटा पहन दियां सब अंग, त्रिक तिना का जीविया जन सच न लगो रंग। कहने की जीवन होया, हाली उन्होंने शब्द नहीं सुनिया, हाली बाणी नहीं सुनिया, हाली उथों तक गए ही नहीं। इस करके जाना तो उते सी, किते जाना सी? कहने ते दूर नहीं सी जाना, बड़ा नेड़े है, रब बहुत नेड़े है। किते ने है जी? मस्तक बेणी बेणी जी दी बाणी, मस्तक पदम दुआले मणि
ਮਾਹੇ ਤੇਰੇ ਭਵਨ ਮਾਹੇ ਨਿਰੰਜਨ ਤੇਰੇ ਪਵਨ ਤਨੀ। ਕਹਿੰਦੇ ਉੱਥੇ ਮਹਿੰਦਾ ਜੇ ਸੱਚੇ ਮੱਥੇ ਦੇ ਵਿੱਚ। ਹੁਣ ਸਤਿਗੁਰੂ ਜੀ ਨੇ ਪੁੱਛੀ, ਉਹ ਵੀ ਆਂਦੇ ਤੁਹਾਡੇ ਮੱਥੇ ਦੇ ਵਿੱਚ ਹੈ, ਮੱਥੇ ਹੀ ਪ੍ਰਗਟ ਥੀਆ, ਮੱਥੇ ਤੋਂ ਪ੍ਰਗਟ ਹੋਣਾ ਨਹੀਂ। ਕਿਵੇਂ ਸੁਣੀਏ ਜੀ ਉਸ ਸ਼ਬਦ ਨੂੰ? ਹੁਣ ਆਓ ਸਾਹਿਬ ਕਹਿੰਦੇ ਨੇ, ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ। ਕਹਿੰਦੇ ਰੱਬ ਤੇ ਤੇਰੇ ਅੰਦਰ ਗੱਜਦਾ ਪਿਆ, ਤੂੰ ਸੁਣਿਆ ਕੋਈ ਨਹੀਂ ਹਾਲੇ ਤੱਕ। ਆਇਆ ਤੇ ਸੁਣਨੇ ਨਾ, ਰੱਬ ਤੇ ਗੱਜ ਰਿਹਾ ਹੈ। ਜੈ ਜੈ ਸ਼ਬਦ ਅਨਾਹਦ ਵਾਜੈ ਕਰਨਾ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ। ਕਹਿੰਦੇ ਪ੍ਰਭੂ ਗੱਜ ਰਿਹਾ, ਉਹਨੂੰ ਸੁਣਿਆ ਨਹੀਂ। ਕਿੱਥੇ ਗੱਜ ਰਿਹਾ ਜੀ? ਪ੍ਰਗਟ ਹੈ, ਪ੍ਰਗਟ ਹੁੰਦਾ ਹੈ। ਕਿੱਥੇ ਪ੍ਰਗਟ ਹੋ ਰਿਹਾ? ਮਹਾਂਤ ਕੈ ਮਾਥੈ, ਕਹਿੰਦੇ ਮੱਥੇ ਵਿੱਚ ਪ੍ਰਗਟ ਹੁੰਦਾ ਹੈ। ਸੱਚ ਇਹ ਸੁਣਦਾ ਨਹੀਂ। ਜੇ ਸੁਣਨ ਲੱਗ ਪਏ ਨਾ ਤੇ ਗੁਰੂ ਤੇ ਤੋਂ ਵਾਰਨੇ ਜਾਂਦਾ ਹੈ, ਸਦਕੇ ਜਾਂਦਾ ਹੈ। ਪਰ ਸੁਣਿਆ ਉਦੋਂ ਜਾਂਦਾ ਹੈ ਜਦੋਂ ਦੀ ਲਿਵ ਲੱਗੇ। ਹੁਣ ਲਿਵ ਲਾਉਣ ਵਾਸਤੇ ਕੀ ਕਰਨਾ ਪਏਗਾ? ਲਿਵ ਤੋਂ ਬਿਨਾਂ ਸੁਣਿਆ ਨਹੀਂ ਜਾਂਦਾ। ਸਾਧ ਸੰਗਤ ਜੀ ਅੱਜ ਜਿੰਨੀਆਂ ਸੰਗਤਾਂ ਬੈਠੀਆਂ, ਜੇ ਇਧਰ ਮਾੜੀ ਜੀ ਸੁਰਤ ਨਾ ਕਰੋ ਤੇ ਸੁਣਿਆ ਨਹੀਂ ਜਾਏਗਾ। ਤੁਸੀਂ ਕਦੀ ਕਿਸੇ ਨੂੰ ਕੋਈ ਗੱਲ ਕਹੋ, ਮਾਂ ਨੇ ਕਿਹਾ ਨਹੀਂ ਪੁੱਤਰ ਅੰਦਰੋਂ ਖੰਡ ਦਾ ਡੱਬਾ ਲਿਆ, ਪਹਿਲੋਂ ਤੇ ਉਹ ਆਂਦੀ ਬੇਬੇ ਮੈਂ ਸੁਣਿਆ ਨਹੀਂ ਤੂੰ ਕੀ ਆਖਿਆ। ਮਾਂ ਮੈਂ ਸੁਣਿਆ ਨਹੀਂ। ਆਂਦੀ ਹੈ ਪੁੱਤਰ ਅੰਦਰੋਂ ਖੰਡ ਦਾ ਡੱਬਾ ਲਿਆ, ਪਰੌਣੇ ਆਏ ਨੇ ਚਾਹ ਬਣਾਣੀ। ਚਲੋ ਠੀਕ ਹੈ। ਹੁਣ ਉਹਨੇ ਸੁਣਿਆ, ਅੰਦਰ ਗਈ, ਅੰਦਰ ਜਾ ਕੇ ਨਾ ਵੇਖਿਆ ਕਿ ਹੁਣ ਤੇ ਰਸੋਈਆਂ ਭਰੀਆਂ ਹੋਈਆਂ, ਬੋਰੀਆਂ ਪਈਆਂ, ਪਹਿਲੋਂ ਨਹੀਂ ਸੀ ਏਦਾਂ ਹੁੰਦਾ। ਤੇ ਡੱਬਾ ਖਾਲੀ ਪਿਆ ਸੀ। ਉਹ ਲੈ ਕੇ ਕੁਛ ਨਾ ਆਈ ਤੇ ਆ ਕੇ ਨਾ ਮਾਂ ਦੇ ਕੰਨ ਦੇ ਕੋਲ ਪਤਾ ਕੀ ਨਹੀਂ, ਕਹਿੰਦੇ ਮਾਂ ਤੇਰੀ ਗੱਲ ਤਾਂ ਮੈਂ ਸੁਣ ਲਈ ਸੀ, ਪਰ ਡੱਬੇ ਦੇ ਵਿੱਚ ਰੱਬ ਦਾ ਨਾਂ ਆਈ। ਕੀ ਬਾਤ ਹੈ! ਆਹਾ, ਡੱਬੇ ਦੇ ਵਿੱਚ ਰੱਬ ਦਾ ਨਾਮ ਹੈ। ਹੁਣ ਜਿਹੜਾ ਡੱਬਾ ਖਾਲੀ ਹੋਇਆ, ਨਾਮ ਉਹਦੇ ਵਿੱਚ ਆਵੇਗਾ। ਜਿਹੜਾ ਵਿਚਾਰਾ ਨਾ ਭਰਿਆ, ਉਹਦੇ 'ਚ ਨਾਮ ਆਉਣਾ ਹੀ ਨਹੀਂ। ਜਿਹੜਾ ਡੱਬਾ ਖਾਲੀ ਹੋਇਆ, ਜਿਹੜੀ ਸੁਰਤ ਖਾਲੀ ਹੋਈ, ਜਿਹੜਾ ਧਿਆਨ ਖਾਲੀ ਹੋਇਆ ਨਾ, ਉਹਦੇ ਵਿੱਚ ਨਾਮ ਆ ਕੇ ਟਿਕੇਗਾ। ਤੇ ਜਿਹਦੇ ਵਿੱਚ ਲਬਾ ਲਬ ਅੱਗੇ ਭਰਿਆ, ਉਹਦੇ ਵਿੱਚ ਨਹੀਂ ਆਏਗਾ। ਕਿਉਂ? ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਦੂਜੀ ਨੂੰ ਕੱਢਣਾ ਪਏਗਾ ਸਾਧ ਸੰਗਤ ਜੀ। ਜੇ ਦੂਜੀ ਵਿੱਚੋਂ ਨਿਕਲਦੀ ਨਹੀਂ ਤੇ ਉੱਥੇ ਹੋਰ ਚੀਜ਼ ਪਾਈ ਜਾ ਹੀ ਨਹੀਂ ਸਕਦੀ। ਜਿਵੇਂ ਇਸ ਕਰਕੇ ਹੁਣ ਇਹਨੇ ਕੀ ਕਰਨਾ ਸੀ? ਉਸ ਲਿਵ ਨੂੰ, ਜਿਹੜੀ ਜਗਤ ਨਾਲ ਲਿਵ ਜੁੜੀ ਹੋਈ ਸੀ, ਉਹਨੂੰ ਤੋੜਨਾ ਸੀ। ਉਹਨੂੰ ਤੋੜ ਕੇ ਨਾ ਜੋੜਨਾ ਕਿਹਦੇ ਨਾਲ? ਉਹਦੇ ਤੋੜ ਤੇ ਲਿਆ। ਪਰ ਮੈਂ ਭਾਈ ਸਾਹਿਬ ਦਾ ਇੱਕ ਉਦਾਹਰਨ ਦੇਣ ਲੱਗਾ, ਹੈ ਬੜਾ ਕਮਾਲ ਦਾ, ਧਿਆਨ ਰੱਖਿਓ ਜੀ। ਕਹਿੰਦੇ ਸਦਾ ਨਹੀਂ, ਇਹ ਕਦੀ ਕਦੀ ਸਮਾਂ ਬਣਦਾ ਜੀ, ਕਦੀ ਕਦਾਈ। ਆ ਜਿਹੜਾ ਨਾ ਰੋਜ਼ ਥੋੜਾ ਹਿੱਸਾ ਤੁਸੀਂ ਬਹਿ ਕੇ ਸੁਣੋਗੇ, ਸੁਣਨ ਦੇ ਮੌਕੇ ਰੋਜ਼ ਨਹੀਂ ਮਿਲਦੇ, ਇਹ ਕਦੀ ਕਦੀ ਮਿਲਦੇ ਨੇ। ਕਹਿੰਦੇ ਹਰ ਇੱਕ ਚੀਜ਼ ਹਰ ਇੱਕ ਘਰ ਦੇ ਵਿੱਚ ਪਈ ਹੋਈ ਹੈ, ਪਰ ਰੋਜ਼ ਕਦੀ ਨਹੀਂ ਜੇ ਆ ਕੰਮ ਕਰਦਾ। ਹੁਣ ਦੇਖੋ ਧਿਆਨ ਦਿਓ ਜੀ। ਜੈਸੇ ਖੰਡ, ਕ੍ਰਿਤ, ਚੂਨ, ਤਿੰਨ ਚੀਜ਼ਾਂ ਨੇ। ਖੰਡ, ਘਿਓ ਤੇ ਆਟਾ। ਇਹ ਦੱਸੋ ਕਿਹੜੇ ਘਰ ਨੇ? ਸਾਰਿਆਂ ਘਰਾਂ ਦੇ ਵਿੱਚ ਪਿਆ ਹੋਇਆ। ਕਹਿੰਦੇ ਕਦੀ ਕਿਸੇ ਨੇ ਰੋਜ਼ ਨਾ ਕੜਾਹ ਬਣਾਇਆ ਤੇ ਨਾ ਪੂੜੀਆਂ ਬਣਾਈਆਂ। ਤੁਸੀਂ ਦੱਸ ਦਿਓ, ਆ ਬੀਬੀਆਂ ਸਾਰੀਆਂ ਬਣਾਉਂਦੀਆਂ ਨੇ, ਪਰ ਉਹ ਕਦੋਂ ਬਣਾਉਂਦੀਆਂ ਨੇ? ਪਹੁਨੇ ਕੇ ਆਏ ਪੂਰੀ ਖਾਏ ਕੈ ਖਵਾਈ ਹੈ। ਕਹਿੰਦੇ ਜਦੋਂ ਕੋਈ ਪ੍ਰਾਹੁਣਾ ਆ ਜਾ, ਨਿਗਦਾ ਆਵੇ, ਹਾਂ ਬਣਾ ਨਹੀਂ ਕੁੜੀਏ ਅੱਜ ਛੋਲੇ ਪੂਰੀਆਂ ਬਣਾ, ਅੱਜ ਕੜਾਹ ਪੂੜੀਆਂ ਬਣਾ, ਅੱਜ ਸੇਵੀਆਂ ਬਣਾ, ਅੱਜ ਇਹ ਬਣਾ, ਅੱਜ ਸਾਡੇ ਰਿਸ਼ਤੇਦਾਰ ਨਿਗਦੇ ਆਏ। ਕਹਿੰਦੇ ਇਹ ਨਹੀਂ ਇੱਕ ਆਦਤ। ਹੁਣ ਉਦਾਹਰਨ ਆਪ ਜੀ ਸਰਵਨ ਕਰਨੇ। ਕਹਿਣ ਲੱਗੇ ਬਣਾਓ, ਤੇ ਬਣਾਇਆ ਹੈ। ਪਹੁੰਚੇ ਕੇ ਆਏ, ਜਦੋਂ ਪ੍ਰਾਹੁਣਾ ਆਇਆ ਨਾ, ਉਦੋਂ ਬਣਾਈਆਂ ਕੜਾਹ ਪੂੜੀਆਂ, ਨਾਲੇ ਖਾਏ ਕਹਿ ਖਵਾਈਏ, ਨਾਲੇ ਆਪ ਖਾਧੀਆਂ ਨਾਲੇ ਉਹਨੂੰ ਖਵਾਈਆਂ। ਆਨੰਦਿਤ ਹੋਏ। ਦੂਜਾ ਉਦਾਹਰਨ ਦਿੱਤਾ ਜੀ, ਜੈਸੇ ਹੀ ਚੀਰ। ਕਹਿੰਦੇ ਜਿਸ ਤਰ੍ਹਾਂ ਕੱਪੜਾ, ਆਭਰਨ, ਸੋਨਾ ਚਾਂਦੀ, ਜੋ ਵੀ ਗਹਿਣੇ ਹੁੰਦੇ ਨੇ,
ਹੋਤ ਘਰ ਹੀ ਕੈ ਵਿਖੇ ਪੈ। ਸਾਰਿਆਂ ਦੇ ਘਰ ਵਿੱਚ ਸੂਟ ਪਏ ਨੇ, ਸਾਰਿਆਂ ਦੇ ਘਰ ਵਿੱਚ ਸੋਨਾ ਪਿਆ, ਸਾਰਿਆਂ ਦੇ ਘਰ ਵਿੱਚ ਗਹਿਣੇ ਵਿਦੇਮਾਨ ਨੇ, ਸੋਹਣੇ ਸੋਹਣੇ ਕੱਪੜੇ ਪਏ ਨੇ। ਪਰ ਰੋਜ਼ ਆ ਗੁਰਦੁਆਰੇ ਆਇਆ ਬਦਲ ਕੇ ਆਵੀਦਾ, ਰੋਜ਼ ਕਦੀ ਨਹੀਂ ਕਿਸੇ ਪਾਏ। ਜਾਂ ਜਦੋਂ ਕਦੋਂ ਪਾਉਂਦੇ ਨੇ, ਵਿਆਹ ਕਾਜ ਸਾਜ ਤਨ ਸੱਜਣ ਦਿਖਾਈਐ। ਜਦੋਂ ਵਿਆਹ ਕਾਜ ਹੁੰਦਾ ਹੈ ਨਾ, ਉਦੋਂ ਆ ਕੇ ਸੋਹਣੇ ਕੱਪੜੇ, ਤੇ ਕਈ ਵਾਰੀ ਗਰੀਬੀ ਦਾਵੇ ਦੇ ਵਿੱਚ ਨਾ ਮੰਗ ਕੇ ਵੀ ਬੀਬੀਆਂ ਦੂਜੇ ਦਾ ਗਹਿਣਾ ਲੈ ਜਾਂਦੀਆਂ, ਭਈ ਆ ਦਹੀਂ ਭੈਣ ਮੈਂ ਤੇਰਾ ਵਿਆਹ ਤੇ ਜਾਣਾ, ਆ ਲਹਿੰਗਾ ਮੈਨੂੰ ਦਹੀਂ ਮੈਂ ਤੇਰਾ ਵਿਆਹ ਜਾਣਾ। ਕਹਿੰਦੇ ਇਹ ਕਾਹਦੇ ਵਾਸਤੇ? ਕਹਿੰਦੇ ਉੱਥੇ ਬੜੇ ਭਾਂਤ ਭਾਂਤ ਦੇ ਜੀ ਆਏ ਹੋਣੇ, ਉਹਨਾਂ ਨੂੰ ਪਤਾ ਲੱਗੇ ਭਈ ਬਾਤੇ ਗਰੀਬ ਤੇ ਨਹੀਂ ਨਾ, ਤਨ ਸੱਜਣ ਦਿਖਾਈਏ। ਤੀਜਾ ਉਦਾਹਰਨ ਬੜਾ ਕਮਾਲ ਦਾ ਭਾਈ ਸਾਹਿਬ ਨੇ ਦਿੱਤਾ, ਜੈਸੇ ਹੀਰਾ ਲਾਲ ਹੋਤ ਹਾਟ ਹੀ ਕੇ ਵਿਖੇ ਪੈ। ਕਹਿੰਦੇ ਹੀਰੇ ਜਵਾਹਰ ਲਾਲ ਸਾਰਾ ਕੁਝ ਦੁਕਾਨ ਦੇ ਵਿੱਚ ਪਏ ਹੋਏ ਨੇ, ਪਰ ਜੁਹਾਰੀ ਜਿਹੜਾ ਉਹ ਕਦੀ ਕੱਢ ਕੇ ਨਹੀਂ ਬਾਹਰ ਰੱਖੇਗਾ, ਉਹ ਮੁਲੰਮਾ ਤੇ ਬਾਹਰ ਰੱਖਿਆ ਹੋਇਆ, ਨਾ ਸੋਨਾ ਵੀ ਨਹੀਂ ਰੱਖਦਾ ਬਾਹਰ। ਕਦੋਂ ਦੱਸਦਾ ਹੈ ਜੀ? ਗਾਹ ਕਹਿ ਕੇ ਆਏ ਬਿੜਤਾ ਬਸੇਖ ਪਾਈਐ। ਕਹਿੰਦੇ ਜਦੋਂ ਗਾਹਕ ਆਉਂਦਾ ਨਾ, ਉਦੋਂ ਆ ਤੈਨੂੰ ਮੈਂ ਅੰਦਰ, ਆ ਤੈਨੂੰ ਅੰਦਰ, ਅੰਦਰ ਆ ਕੇ ਤੈਨੂੰ ਵਿਖਾਣਾ, ਤੇ ਅਗਲੀ ਡੱਬੀ ਦੇ ਵਿੱਚੋਂ ਕੱਢ ਕੇ ਨਾ ਅਲਮਾਰੀ ਦੇ ਤੀਜੇ ਖਾਨੇ ਦੇ ਵਿੱਚੋਂ ਕਹਿੰਦੇ ਇਹ ਹੀਰੇ ਨੇ। ਤੇ ਗੁਰੂ ਵੀ ਕਹਿੰਦਾ ਜਦੋਂ ਮੇਰਾ ਸਿੱਖ ਆਵੇਗਾ ਨਾ, ਗੁਰਕਾੜ ਤਲੀ ਦਿਖਲਾਇਆ ਥਾ। ਗੁਰੂ ਫਿਰ ਕੱਢ ਕੇ ਨਾ ਤਲੀ ਤੇ ਰੱਖਿਆ, ਲੈ ਪੁੱਤਰਾ ਆ ਨਾਮਾ ਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ। ਕਹਿੰਦੇ ਵਿਖਾ ਦੇਗਾ, ਆ ਪੁੱਤਰਾ ਤੈਨੂੰ ਵਿਖਾਉਣਾ ਵਾ। ਕਹਿੰਦੇ ਹੁਣ ਗਾਹਕ ਆਇਆ ਹੈ ਤੇ ਜੁਆਰੀ ਜਿਹੜਾ ਇਹਨੂੰ ਵਿਖਾ ਰਿਹਾ ਹੈ। ਕਹਿੰਦੇ ਐ ਨਹੀਂ ਹੁਣ, ਨਾ ਇਹ ਹੀਰਿਆਂ ਦੀ ਗੱਲ ਹੈ, ਨਾ ਹੀ ਸੋਨੇ ਕੱਪੜਿਆਂ ਦੀ ਗੱਲ ਹੈ, ਨਾ ਹੀ ਘਿਓ ਖੰਡ ਤੇ ਚੂਨ ਦੀ ਗੱਲ ਹੈ। ਗੱਲ ਇੱਥੇ ਆ ਕੇ ਮੁੱਕਣੀ ਹੈ, ਧਿਆਨ ਰੱਖਿਓ ਜੀ। ਤੈਸੇ ਗੁਰਬਾਣੀ ਲਿਖ ਪੋਥੀ ਬਾਂਧ ਰਾਖੀਅਤ। ਕਹਿੰਦੇ ਐਨ ਇਸੇ ਤਰ੍ਹਾਂ ਗੁਰਬਾਣੀ ਜਿਹੜੀ ਉਹਨੂੰ ਲਿਖ ਕੇ ਪੋਥੀ ਬਣਾ ਕੇ ਆਪਣੇ ਕੋਲ ਖਜ਼ਾਨੇ 'ਚ ਰੱਖਿਓ ਜੇ। ਗੁਰ ਸਿੱਖ ਮਿਲ ਪੜ ਸੁਣ ਲਿਵ ਲਾਈਏ। ਕਹਿੰਦੇ ਨਾ ਲਿਵ ਜੋੜ ਜੇ ਸਾਡੀ ਜਿਹੜੀ ਟੁੱਟੀ ਹੋਈ ਸੀ, ਅਸੀਂ ਸੁਣ ਲਈਏ, ਇਹਨੂੰ ਸੁਣ ਲਈਏ, ਆਪਣੇ ਗੁਰੂ ਨੂੰ ਸੁਣ ਲਈਏ। ਕਿਉਂਕਿ ਬੋਲ ਰਿਹਾ ਮੇਰਾ ਗੁਰੂ, ਬੋਲ ਰਿਹਾ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ, ਜਿਨ ਸੁਣ ਮੰਨਿਆੜੀ ਹਰ ਅਕਥ ਕਹਾਣੀ ਰਾਮ। ਜਿਨ੍ਹਾਂ ਨੇ ਸੁਣ ਕੇ ਇਹਨੂੰ ਮੰਨ ਲਿਆ ਨਾ, ਸੱਚ ਇਹ ਲੈ ਗਏ। ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਏ। ਪੋਥੀ ਪਰਮੇਸ਼ਰ ਕਾ ਥਾਨ। ਕਹਿੰਦੇ ਪਰਮੇਸ਼ਰ ਆਪ ਆ ਕੇ ਬਹਿ ਗਿਆ। ਹਾਂ, ਸਾਡੀ ਸੁਰਤ ਜਿਹੜੀ ਹੈ ਇਹਨੂੰ ਸੁਣਨਾ ਨਹੀਂ ਚਾਹੁੰਦੀ। ਤੇ ਸਿੱਧ ਆਖਣ ਲੱਗੇ ਫਿਰ ਬਾਬੇ ਨੂੰ। ਸਿੱਧ ਬਾਬਾ ਕੀ ਆਂਦੇ ਬਾਬਾ ਗੁਰੂ ਨਾਨਕ ਸੱਚੇ ਪਾਤਸ਼ਾਹ ਇਹ ਦੱਸ ਤੂੰ ਜੀਵਨ ਕਿਵੇਂ ਬਦਲ ਲਿਆ? ਤੂੰ ਆਪਣਾ ਜੀਵਨ ਕਿਵੇਂ? ਕਿਤ ਬਿਦ ਪੁਰਖਾ ਜਨਮ ਵਟਾਇਆ, ਕਾਹੇ ਕੋ ਤੁਝ ਇਹ ਮਨ ਲਾਇਆ। ਕਿਤ ਬਿਦ ਆਸਾ ਮਨਸਾ ਖਾਈ, ਕਿਤ ਬਿਦ ਜੋਤ ਨਿਰੰਤਰ ਪਾਈ। ਵਿਣ ਦੰਤਾਂ ਕਿਉ ਖਾਈਐ ਸਾਰ, ਨਾਨਕ ਸਾਚਾ ਦੇਹ ਵਿਚਾਰ। ਆ ਵੇਖੋ 5 ਸਵਾਲ ਕਰ ਦਿੱਤੇ ਜੀ ਇੱਕਦਮ ਜੋਗੀਆਂ ਨੇ। ਕਹਿੰਦੇ ਬਾਬਾ ਦੱਸ ਤੇਰਾ ਜਨਮ ਕਿਵੇਂ ਬਦਲ ਗਿਆ? ਤੇ ਬਾਬੇ ਨੇ ਇੱਕ ਗੱਲ ਕਹੀ ਸੀ, ਹਾਲੀ ਅਸੀਂ ਨਹੀਂ ਜੰਮੇ ਸ਼ਬਦ ਦੇ ਘਰ। ਸੱਚੇ ਅਸੀਂ ਨਹੀਂ ਜੰਮੇ ਹਾਲੀ, ਕਿਉਂਕਿ ਸੁਣਿਆ ਨਹੀਂ ਨਾ। ਜਿੱਦਣ ਅਸੀਂ ਸੁਣ ਲਿਆ ਉਹਨੂੰ ਆਖਣ ਲੱਗ ਪਵਾਂਗੇ। ਤੇ ਬਾਬਾ ਕਹਿੰਦਾ ਮੈਂ ਇਸ ਤਰ੍ਹਾਂ ਜਨਮ ਬਦਲਿਆ, ਸਿੱਧੋ ਤੁਸੀਂ ਵੀ ਬਦਲ ਲਓ। ਕਹਿੰਦੇ ਕੀ ਕੀਤਾ ਜੇ? ਕਹਿੰਦੇ ਜਵਾਬ ਪਹਿਲੀ ਪੰਕਤੀ ਦਾ, ਸਤਿਗੁਰ ਕੈ ਜਨਮੈ। ਮਾਂ ਪਿਓ ਦੇ ਘਰ ਤੇ ਸਾਰੇ ਜਨਮ ਲੈਂਦੇ ਨੇ, ਗੁਰੂ ਦੇ ਘਰ ਕੋਈ ਸ਼ਬਦ ਦੇ ਘਰ ਵਿਰਲੀਆਂ ਸੁਰਤੀਆਂ ਨੇ ਜਿਹੜੀਆਂ ਜੰਮਦੀਆਂ ਨੇ, ਉਹ ਸੁਣਦੀਆਂ ਨੇ ਆਪਣੇ ਬਾਪੂ ਨੂੰ। ਸਤਿਗੁਰ ਕਾ ਜਨਮੈ ਗਵਨ ਮਿਟਾਇਆ। ਕਹਿੰਗੇ ਮੈਂ ਸਾਰਾ ਆਉਣਾ ਜਾਣਾ ਮੁਕਾ ਦਿੱਤਾ ਹੈ, ਮੈਂ ਆਪਣੇ ਗੁਰੂ ਦੇ ਘਰ ਜਨਮ ਲੈ ਲਿਆ ਹੈ। ਦੂਜਾ ਸਵਾਲ ਸੀ ਬਾਬੇ ਨਾਨਕ ਦੇ ਉੱਤੇ ਕਰਤਾ। ਪਹਿਲਾ ਸੀ ਕਿਤ ਬਿਦ ਪੁਰਖਾ ਜਨਮ ਟਾਇਆ, ਤੇ ਦੂਜਾ ਅਸੀਂ ਵੀ ਕਰਨੇ ਆ ਸਾਰੇ। ਕਾਹੇ ਕੋ ਤੁਝ ਇਹ ਮਨ ਲਾਇਆ। ਕਹਿੰਦੇ ਮਨ ਕਿਵੇਂ ਲਾ ਲਈ? ਮਨ ਤੇ ਲੱਗਦਾ ਨਹੀਂ। ਸਾਡਾ ਤੇ ਪਹਾੜਾਂ ਦੇ ਬਹਿ ਕੇ ਨਹੀਂ ਲੱਗਦਾ। ਉੱਥੇ ਵੀ ਚੇਲੇ ਬਣਾ ਰਹੇ ਆ, ਉੱਥੇ ਵੀ ਆਪਣੇ ਡੇਰੇ ਬਣਾ ਰਹੇ ਆ, ਉੱਥੇ ਵੀ ਜੁੜੇ ਹੋਏ ਆ, ਉੱਥੇ ਵੀ ਗੋਰਖ ਤਪੇ ਬਣ ਰਹੇ, ਗੋਰਖ ਮਤੇ ਬਣ ਰਹੇ ਨੇ। ਕਹਿੰਦੇ ਸਾਡਾ ਰੇਤੀ ਨਹੀਂ ਲੱਗਦਾ, ਤੂੰ ਕਿਵੇਂ ਲਾ ਲਿਆ?
ਫਿਰ ਸਾਨੂੰ ਬਾਬੇ ਜੀ ਨੇ ਬੜੀ ਹੀ ਵਧੀਆ ਕਿਰਪਾ ਕੀਤੀ। ਕਹਿੰਦੇ ਮੈਂ ਗੁਰੂ ਦੇ ਘਰ ਜਨਮ ਲਿਆ ਨਾ ਤੇ ਗਵਨ ਮੁੱਕ ਗਿਆ, ਸਤਿਗੁਰ ਕਾ ਜਨਮ ਹੈ ਗਵਨ ਮਿਟਾਇਆ। ਕਹਿਣ ਲੱਗੇ ਹੁਣ, ਕਹਿੰਦੇ ਮਨ ਕਿਉਂ ਜੁੜਿਆ? ਅਨਹਤ ਰਾਤੇ। ਅਨਹਤ ਤੇ ਹਾਲੇ ਸੁਣਿਆ ਹੀ ਨਹੀਂ, ਅਨਹਤ ਦੀ ਤੇ ਜਾਣਕਾਰੀ ਨਹੀਂ। ਜਿਸ ਦਿਨ ਅਨਹਤ ਦੇ ਵਿੱਚ ਗਿਆ ਨਾ, ਦੋ ਤਰ੍ਹਾਂ ਦੇ ਸ਼ਬਦ ਸਾਧ ਸੰਗਤ ਜੀ, ਇੱਕ ਆਹਤ ਇੱਕ ਅਨਾਹਤ। ਅਨਾਹਤ ਜਿਹੜਾ ਤੁਰ ਤੋਂ ਹੋ ਰਿਹਾ ਹੈ, ਬਿਨਾਂ ਟਕਰਾਓ ਤੋਂ ਹੋ ਰਿਹਾ ਹੈ। ਤੇ ਸਾਹਿਬ ਕਹਿ ਰਹੇ ਨੇ ਬਾਣੀ ਦੇ ਵਿੱਚ, ਅਨਹਦ ਵਾਜੈ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦ ਕੇਲਾ। ਸਹਿਜ ਗੁਫਾ ਮੇ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ, ਫਿਰ ਕਰ ਆਪਣੇ ਗ੍ਰਹਿ ਮੇ ਆਇਆ। ਕਹਿੰਦੇ ਇੱਥੇ ਆ ਗਿਆ, ਜੋ ਲੋੜੀਂਦਾ ਸੋਈ ਪਾਇਆ। ਇੱਥੋਂ ਲੱਭਣਾ ਜੇ, ਅੰਦਰੋਂ ਲੱਭਣਾ ਹੈ, ਬਾਹਰੋਂ ਨਹੀਂ ਲੱਭਣਾ। ਬਾਹਰੋਂ ਜੇ ਲੱਭਣਾ ਹੁੰਦਾ ਨਾ, ਕਿਉਂਕਿ ਮੇਰੇ ਗੁਰੂ ਸਾਹਿਬ ਨਹੀਂ ਸਨ ਕਹਿੰਦੇ, ਕਹਿੰਦੇ ਬਾਹਰ ਜਿੰਨਾ ਵੀ ਲੱਭਿਆ ਹੈ, ਬਾਹਰ ਢੂੰਡਣ ਤੇ ਛੂਟ ਪਰੀ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਕਿਵੇਂ ਦਿਖਾ ਦਿੱਤਾ ਗੁਰੂ ਨੇ ਜੀ? ਆਓ ਮਾਜਰਾ ਗੰਧ ਸਾਹਿਬ ਆਂਦੇ ਨੇ ਭਈ ਸਤਿਗੁਰ ਮਿਲਿਆ, ਤਾਵਤ ਥੰਮਿਆ, ਨਿਜ ਘਰ ਵਸਿਆ ਆਏ। ਕਹਿੰਦੇ ਆਪਣੇ ਘਰ ਆ ਕੇ ਵਸਣ ਲੱਗ ਪਿਆ ਇਹ ਹੁਣ ਗੁਰੂ ਜਦੋਂ ਇਹਨੂੰ ਮਿਲਿਆ ਨਾ, ਸ਼ਬਦ ਮਿਲਿਆ ਹੈ, ਕਹਿਣ ਲੱਗੇ ਅਨਹਤ ਰਾਤੇ, ਇਹ ਮਨ ਲਾਇਆ, ਇਹ ਮਨ ਲੱਗ ਗਿਆ। ਕਹਿੰਦੇ ਹੋਰ ਕੀ ਕੀਤਾ ਜੀ? ਤੀਜੇ ਸਵਾਲ ਦਾ ਜਵਾਬ, ਅਨਹਤ ਰਾਤੇ ਮਨ ਲਾਇਆ। ਕਿ ਤੀਜਾ ਸੀ ਆਸਾ ਤੇ ਮਨਸਾ ਕਿਵੇਂ ਮਕਾਈਆਂ ਸਾਡੇ ਤੇ ਮੁੱਕਦੀ ਨਹੀਂ। ਮਨਸਾ ਆਸਾ ਸ਼ਬਦੇ ਖਾਈ, ਸ਼ਬਦ ਦੇ ਦੁਆਰਾ ਖੈ ਕਰ ਦਿੱਤੀ। ਸ਼ਬਦ ਜਿਹੜਾ ਹੈ ਨਾ ਸੱਚੇ, ਇਹਦੇ ਅੱਗੇ ਆਸਾ ਮਨਸਾ ਨਹੀਂ ਟਿਕਦੀ। ਜਿਨ੍ਹਾਂ ਨੇ ਸ਼ਬਦ ਸੁਣ ਲਿਆ, ਜਿਹੜੇ ਸ਼ਬਦ ਦੇ ਨਾਲ ਜੁੜ ਗਏ ਨੇ, ਉੱਥੇ ਆਸਾ ਮਨਸਾ ਨਹੀਂ ਆਏਗੀ। ਕਹਿੰਦੇ ਸ਼ਬਦ ਦੇ ਦੁਆਰਾ ਖੈ ਹੋ ਗਈਆਂ। ਹੁਣ ਅਸੀਂ ਸਵਾਲ ਜਿਹੜਾ ਚੌਥਾ, ਕਿਤ ਵਿੱਚ ਜੋਤ ਨਿਰੰਤਰ ਪਾਈ। ਹੁਣ ਜੋਤ ਦੀ ਗੱਲ ਆਈ ਹੈ ਤੇ ਸਾਹਿਬ ਬਾਰ-ਬਾਰ ਕਹਿੰਦੇ ਜਾਣੋ ਜੋਤ ਨ ਪੁੱਛੋ ਜਾਤੀ। ਜੋਤ ਦੀ ਗੱਲ ਕਰਿਆ ਕਰੋ ਭਾਈ, ਸ਼ਬਦ ਦੀ ਗੱਲ ਕਰਿਆ ਕਰੋ। ਤੇ ਜਦੋਂ ਸ਼ਬਦ ਦੀ ਗੱਲ ਕਰੋਗੇ, ਸੱਚੇ ਸ਼ਬਦ ਦੇ ਸੁਰਤ ਨਜ਼ਦੀਕ ਜਾ ਜਾ ਕੇ ਨਾ ਐਸਾ ਆਨੰਦ ਮਾਣਨ ਲੱਗ ਪੈਗੀ, ਇਹ ਆਪਣੇ ਗੁਰੂ ਨੂੰ ਸੁਣਨ ਲੱਗ ਪੈਗੀ। ਗੁਰਮੁਖ ਜੋਤ ਨਿਰੰਤਰ ਪਾਈ। ਕਹਿੰਗੇ ਜੇ ਜੋਤ ਦੇ ਦਰਸ਼ਨ ਕਰਨੇ ਨੇ, ਫਿਰ ਗੁਰਮੁਖ ਬਣਨਾ ਪਏਗਾ, ਫਿਰ ਉੱਥੇ ਜਾਣਾ ਪਏਗਾ। ਉੱਥੇ ਕਿਵੇਂ ਜਾਵਾਂਗੇ ਜੀ? ਮੈਂ ਭਾਈ ਸਾਹਿਬ ਦੇ ਉਦਾਹਰਨ ਦਿਆਂ। ਮੇਰਾ ਸੁਭਾਅ ਹੈ ਜੀ, ਮੈਂ ਬਾਹਰੋਂ ਨਹੀਂ ਬੋਲਦਾ। ਮੈਂ ਨਾ ਬਾਣੀ ਤੇ ਭਾਈ ਸਾਹਿਬ ਦੇ, ਉਹਨੇ ਪਾਂਚੋ ਮੁਦਰਾ ਚੱਕਰ ਖੰਡ ਭੇਦ ਚੱਕਰ ਵਿੱਚ ਕਹਾਵੇ, ਉਲੰਘ ਤਰਬੀਣੀ ਤਰਕੁਟੀ ਪਾਰ ਆਪਾ ਆਪ ਚੀਨੇ ਹੈ। नव कर जीत निज आसन सिंहासन में नगर अगमपुरे जाए ठहराने हैं। आनसर त्याग मानसर ने चलहंस, परम निधान बिस्माहे बिस्माने हैं। उन मन मगन गगन अनहद धुन बाजत निशान ज्ञान ध्यान बिसराने। थले रह गया सारा कोई ज्ञान ध्यान, मैं तू भी अगे टुर गया, मैं ज्ञान ध्यान तो भी अगे टुर गया। ਜਦੋਂ ਗਗਨ ਦੇ ਵਿੱਚ ਅਨਹਦ ਵੱਜਿਆ ਨਾ, ਤੇ ਵੱਜਿਆ ਕਿਵੇਂ? ਕਲਗੀ ਇੱਕ ਦਾ ਨਹੀਂ, ਪੰਜੇ ਸ਼ਬਦ ਵੱਜੇ ਮਦ ਗੁਰਮਤ। ਵੱਡ ਭਾਗੀ ਅਨਹਦ ਵੱਜਿਆ, ਆਨੰਦ ਮੂਲ ਰਾਮ ਸਭ ਦੇਖਿਆ। ਗੁਰ ਸ਼ਬਦੀ ਗੋਬਿੰਦ ਗੱਜਿਆ, ਸਭ ਧੰਨ ਕਹੋ ਸਭ ਧੰਨ ਕਹੋ। ਕਿਹਨੂੰ ਆਖੀਏ ਜੀ? ਗੁਰ ਸਤਿਗੁਰੂ। ਆਪਣੇ ਗੁਰੂ ਨੂੰ ਧੰਨ ਧੰਨ ਆਖਿਆ ਕਰੋ। ਜਿਤ ਮਿਲ ਹਰ ਪੜਦਾ ਕੱਜਿਆ। ਜਿਹਨੇ ਸਾਰੇ ਪੜਦਾ ਪਾ ਦਿੱਤਾ ਜੀ, ਉਹ ਗੁਰਮੁਖ ਬਣਨਾ ਪਵੇਗਾ। ਗੁਰਮੁਖ ਜੋਤ ਨਿਰੰਤਰ ਪਾਈ। ਕਹਿਣ ਲੱਗੇ ਜੀ ਹੁਣ ਜਿਹੜਾ ਲੋਹਾ ਕਿਵੇਂ ਖਾਦਾ, ਇਹ ਬੜਾ ਔਖਾ ਹੈ ਸਾਧ ਸੰਗਤ ਜੀ। ਕਹਿੰਦੇ ਵਿਣ ਦੰਤਾਂ ਕਿਉਂ ਖਾਈਏ ਸਾਰ। ਸਾਰ ਲੋਹੇ ਨੂੰ ਆਖਿਆ, ਕਹਿੰਦੇ ਦੰਦਾਂ ਤੋਂ ਬਿਨਾਂ, ਦੰਦਾਂ ਤੋਂ ਬਿਨਾਂ ਰੋਟੀ ਨਹੀਂ ਖਾਦੀ ਜਾਂਦੀ, ਤੇ ਲੋਹਾ ਕਿਵੇਂ ਖਾ ਲਾਂਗੇ। ਹੁਣ ਦੇਖੋ ਬਾਬਾ ਕੀ ਕਹਿ ਰਿਹਾ, ਸਾਡਾ ਗੁਰੂ ਕੀ ਕਹਿ ਰਿਹਾ? ਤ੍ਰੈ ਗੁਣ ਮੇਟੇ, ਤ੍ਰੈ ਗੁਣ ਮੇਟੇ
ਖਾਈਐ ਸਾਰ ਨਾਨਕ ਤਾਰੈ ਤਾਰਨਹਾਰ। ਕਹਿੰਦੇ ਹੁਣ ਤਾਰਨਹਾਰ ਨੂੰ ਆਪ ਹੋਣਾ ਪਿਆ। ਮੈਂ ਤਿੰਨਾਂ ਗੁਣਾਂ ਤੋਂ ਅੱਗੇ ਲੱਗ ਗਿਆ ਹਾਂ, ਤਰੇ ਗੁਣ ਖਤਮ ਹੋ ਗਏ ਨੇ, ਹੁਣ ਚੌਥੇ ਚ ਵਾਸਾ ਹੋ ਗਿਆ। ਇਸ ਕਰਕੇ ਇੱਥੇ ਅਸੀਂ ਸੁਣ ਲਈਏ, ਕਿਉਂਕਿ ਸਾਨੂੰ ਸੁਣਨਾ ਬਹੁਤ ਜ਼ਰੂਰੀ ਹੈ। ਜਿੱਦਣ ਅਸੀਂ ਸੁਣਨ ਲੱਗ ਪਏ ਨਾ, ਸੱਚੇ ਜਿੱਦਣ ਸੁਣਨ ਲੱਗ ਪਏ, ਕਿਉਂਕਿ ਸੁਣਾਉਣਾ ਤੇ ਬਹੁਤ ਤਾਤ ਨੂੰ ਆਉਂਦਾ ਹੈ, ਸੁਣਨਾ ਬਹੁਤ ਘੱਟ ਨੂੰ ਆਉਂਦਾ ਹੈ। ਜਿੱਦਣ ਅਸੀਂ ਸੁਣਨ ਲੱਗ ਪਏ ਨਾ ਤੇ ਆਖਣ ਵੀ ਲੱਗ ਪਾਂਗੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਅਸੀਂ ਆਪਣੇ ਗੁਰੂ ਨੂੰ ਸੁਣੀਏ। ਸਾਡਾ ਗੁਰੂ ਬੋਲਿਆ ਸੀ ਕਦੋਂ? ਤੇਗ ਬਹਾਦਰ ਬੋਲਿਆ, ਤਰ ਪਈਐ ਧਰਮ ਨਾ ਛੋੜੀਐ, ਬਾਹਾਂ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹਾਂ ਨਾ ਛੋੜੀਐ। ਜਦੋਂ ਗੁਰੂ ਨੇ ਆਪਣਾ ਸੀਸ ਲਾ ਦਿੱਤਾ ਨਾ, ਕੀ ਹੋਇਆ? ਜੇ ਸਾਡੇ ਕਿਸਾਨਾਂ ਦੇ 700 750 ਸੀਸ ਲੱਗ ਗਏ ਨੇ, ਇੱਕ ਦਿਨ ਜਿੱਤ ਇਹਨਾਂ ਦੀ ਹੋਣੀ। ਦੇਖ ਲਿਓ ਕਿਉਂ ਹੋਏਗੀ। ਮੈਂ ਕਰਨਾਲ ਉਧਰੋਂ ਮੋਰਚੇ ਦੇ ਵਿੱਚ ਨਾ 2-4 ਮਿੰਟ ਟਾਈਮ ਲਾਇਆ ਸੀ। ਮੈਂ ਕਿਹਾ ਕਿਸਾਨੋ ਡੋਲਿਆ ਜੇ ਨਾ, ਸਬਰ ਦੀ ਹਮੇਸ਼ਾ ਜਬਰ ਦੇ ਉੱਤੇ ਫਤਿਹ ਹੁੰਦੀ ਹੈ। ਸਬਰ ਜਿਹੜਾ ਹੈ ਨਾ, ਸਬਰ ਹਮੇਸ਼ਾ ਜਿੱਤੇਗਾ। ਮੈਂ ਕਿਹਾ ਉਸ ਵੇਲੇ ਔਰੰਗਜ਼ੇਬ ਜਬਰ ਕਰ ਰਿਹਾ ਸੀ, ਪਰ ਸਬਰ ਜਿਹੜਾ ਸੀ ਉਹ ਗੁਰੂ ਤੇਗ ਬਹਾਦਰ ਨੇ ਕੀਤਾ ਤੇ ਉੱਥੇ ਫਤਿਹ ਹੋਈ ਸੀ। ਉਹਨਾਂ ਦੀ ਅੱਜ ਜੜ ਵੀ ਨਹੀਂ ਰਹੀ। ਤੇ ਕਹਿੰਦੇ ਮੈਂ ਸਬਰ ਦੇ ਵਿੱਚ ਰਹੋਗੇ ਨਾ ਤੇ ਸੱਚ ਇਹ ਸਬਰ ਜਿਹੜਾ ਇਹ ਫਤਿਹ ਵਾਲੀ ਪਾਸੇ ਲਿਜਾਏਗਾ ਤੁਹਾਨੂੰ। ਕਿਉਂਕਿ ਅਸੀਂ ਉਹਨਾਂ ਦਾ ਮਨਾ ਰਹੇ ਹਾਂ, ਪਰ ਅਸੀਂ ਮੋਰਚੇ ਦੇ ਵਿੱਚ ਜਾਂਦੇ, ਸਾਡਾ ਨੇੜੇ ਵੀ ਨਾ, ਅਸੀਂ ਰੋਜ਼ ਹੀ ਕਈ ਵਾਰੀ ਦੁੱਧ ਸਬਜ਼ੀਆਂ ਸਾਰਾ ਕੁਝ ਲੈ ਕੇ ਜਾਈਦਾ। ਉੱਥੇ ਲੰਗਰ ਵੀ ਲੱਗੇ ਨੇ, ਉੱਥੇ ਜਾਣਾ ਬਣਦਾ ਹੈ ਸਾਡਾ। ਤੇ ਉਹਦੇ ਵਿੱਚ ਦੇਖੀਦਾ ਕੀ ਹੈ ਭਈ ਕਿੱਡੀ ਕਿੱਡੀ ਦੂਰੋਂ ਵਿਚਾਰੇ ਘਰ ਘਾਟ ਛੱਡ ਕੇ ਅੱਜ 12 ਮਹੀਨੇ ਹੋ ਗਏ ਯਾਰਾਂ ਉੱਥੇ ਬੈਠੇ ਹੋਏ ਨੇ। ਉਹ ਕਾਹਦੇ ਵਾਸਤੇ ਬੈਠੇ ਨੇ? ਭਈ ਸਬਰ ਦੇ ਨਾਲ ਅਸੀਂ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਵਾਪਸ ਕਰੀਏ। ਸੱਚੇ ਇਸੇ ਵਾਸਤੇ ਬੈਠੇ ਨਾ। ਤੇ ਜੇ ਸਬਰ ਹਾਲੀ ਕੋਈ ਗੱਲ ਨਹੀਂ, ਸਬਰ ਦੀ ਐਸੀ ਨਹੀਂ, ਇਹ ਤੇ ਬੜਾ ਕੋਈ ਬੜੇ ਰਾਜੇ ਬੜਾ ਕੁਝ ਕਰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਆਂਦੇ ਨੇ, ਆਂਦੇ ਨੇ ਉਹਨਾਂ ਨੂੰ ਪੁੱਛਦਾ ਕੋਈ ਨਾ। ਦੇਖੋ ਕਿਵੇਂ ਆਂਦੇ ਨੇ, ਉਹਨਾਂ ਨੂੰ ਕਿਉਂ ਨਹੀਂ ਪੁੱਛਦਾ? ਚੱਕਰ ਵੈ ਕਰੇ ਅਨਿਆਏ। ਆਂਦੇ ਰਾਜਾ ਜੇ ਕਰੇ ਅਨਿਆਏ ਕਰੇ, ਪੁੱਛੇ ਕੌਣ ਸਾਖੀ ਹੈ? ਉਹਨੂੰ ਕਿਹੜਾ ਪੁੱਛੇ ਵੀ ਕੌਣ ਹੈ ਬਈ, ਇਹ ਕੀ ਕਰਨਾ ਹੈ ਪਿਆ? ਉਹਨੂੰ ਕਿਹੜਾ ਗੱਲ ਪੁੱਛੇ? ਚੱਕਰ ਵੈ ਕਰੇ ਅਨਿਆਏ, ਪੁੱਛੇ ਕੌਣ ਸਾਖੀ ਹੈ? ਰੋਗੀ ਹੈ ਜੋ ਵੈਦ ਮਾਰੇ, ਮਿੱਤਰ ਜੋ ਕਰੇ ਧਰੋ, ਗੁਰੂ ਨਾ ਮੁਕਤ ਕਰੇ ਕਾਂਪੈ ਦੀਨ ਭਖੀਏ। ਕਹਿੰਦੇ ਉਸ ਗੁਰੂ ਕੋਲ ਵੀ ਨਾ ਜਾਓ ਜਿਹੜਾ ਮੁਕਤ ਨਹੀਂ ਕਰਦਾ, ਜਿਹੜਾ ਤੁਹਾਨੂੰ ਸੁਣਾ ਕੇ ਉੱਥੇ ਨਹੀਂ ਲਿਜਾਂਦਾ, ਉਸ ਗੁਰੂ ਕੋਲ ਵੀ ਨਾ ਜਾਇਓ ਜੀ। ਉਸ ਰਾਜੇ ਕੋਲ ਵੀ। ਤੇ ਜਿੱਥੇ ਰਾਜਾ ਹੋਵੇ ਨਾ ਧਰਮ ਸਰੂਪ, ਉੱਥੇ ਸਾਰੀ ਦੁਨੀਆ ਆ ਕੇ ਵਸਦੀ। ਉੱਥੇ ਦੁਨੀਆ ਆ ਕੇ ਵਸਣਾ ਸ਼ੁਰੂ ਕਰ ਦਿੰਦੀ ਏ। ਭਈ ਰਾਜਾ ਜਿਹੜਾ ਹੈ ਨਾ ਇਹ ਧਰਮੀ ਹੈ। ਇਹ ਦੇਖੋ ਅਸੀਂ ਦੇਸ਼ ਚੱਲਦੇ ਆ, ਉੱਥੇ ਜਾ ਕੇ ਰਵਾਂਗੇ, ਉੱਥੇ ਕਾਨੂੰਨ ਰੂਲ ਐਂਡ ਰੈਗੂਲਰ ਜਿਹੜਾ ਹੈ ਇਹ ਬਿਲਕੁਲ ਕਾਨੂੰਨ ਜਿਹੜੇ ਨੇ ਬਰਾਬਰ ਨੇ, ਉਹੀ ਉਹਨਾਂ ਵਾਸਤੇ ਨੇ, ਉਹੀ ਸਾਡੇ ਵਾਸਤੇ ਨੇ। ਤੇ ਇੱਥੇ ਜਿੱਥੇ ਹੋਰ ਹੋਵੇ, ਕਿਉਂਕਿ ਇਹ ਨੀਤੀ ਹੋਰ ਹੈ ਸਾਧ ਸੰਗਤ ਜੀ, ਨੀਤੀ ਦੀ ਗੱਲ ਹੈ। ਸਾਡੀ ਨੀਤੀ ਉਹ ਨਹੀਂ, ਸਾਡੀ ਨੀਤੀ ਕੀ ਹੈ? ਰਾਜਨੀਤ ਪ੍ਰੀਤ ਰੀਤ ਪ੍ਰਜਾ ਕੇ ਸੁਖ ਹੈ ਸੁਖ। ਸਾਡੀ ਪ੍ਰੀਤ ਵਾਲੀ ਨੀਤੀ ਹੈ, ਪਰ ਉਧਰ ਜਿਹੜੀ ਹੈ ਨਾ ਉਹ ਨੀਤੀ ਕਿਹੜੀ ਹੈ? ਪਾੜੋ ਤੇ ਰਾਜ ਕਰੋ। ਇਸ ਕਰਕੇ ਉਹ ਸਾਰਾ ਕੰਮ ਨਹੀਂ ਹਾਲੀ ਬਣ ਰਿਹਾ। ਸਬਰ ਨੇ ਇੱਕ ਦਿਨ ਜਿੱਤਣਾ ਹੈ, ਕਿਉਂਕਿ ਗੁਰੂ ਨੇ ਸਬਰ ਕੀਤਾ ਸੀ। ਔਰੰਗਜ਼ੇਬ ਵੀ ਜਿਹੜਾ ਸੀ ਨਾ ਇਥੋਂ ਹਾਰ ਕੇ ਤੇ ਤੁਹਾਡੇ ਕੋਲ ਹੈ ਸਬਰ ਜਿਨ੍ਹਾਂ ਨੇ ਕੀਤਾ ਐ। ਇਸੇ ਤਰ੍ਹਾਂ ਹਾਂ, ਗੁਰੂ ਨੂੰ ਸੁਣਿਓ ਜੇ ਸੱਚੇ। ਮੈਂ ਫਿਰ ਹੋਕਾ ਹੀ ਦਿਆਂਗਾ, ਮੈਂ ਦੇਣਾ ਵੀ ਇਹ ਹਾਂ ਭਈ ਆਪਣੇ ਗੁਰੂ ਨਾਲ ਮਿਲਿਓ ਜੇ। ਜਦੋਂ ਗੁਰੂ ਨੂੰ ਮਿਲੋਗੇ ਨਾ ਨਿਜ ਘਰ ਵਸਿਆ ਆਏ, ਉਦੋਂ ਨਿਜ ਘਰ ਆ ਜਾਏਗਾ। ਤੇ ਕਹਿਣਗੇ ਫਿਰ ਜਾਏਗਾ ਕਿੱਥੇ? ਕਹਿਣਗੇ ਤਾਵਤ ਥੰਮਿਆ ਨਿਜ ਘਰ ਵਸਿਆ, 10ਵਾਂ ਦੁਆਰ ਪਾਇਆ। 10ਵੇਂ ਦੁਆਰ ਗੁਰੂ ਲੈ ਜਾਏਗਾ ਉੱਥੇ। ਤੈਨੇਕ ਰੂਪ ਨਾਉ ਨਵਲੇ ਤਿਸ ਦਾ ਅੰਤ ਨ ਜਾਈ ਪਾਇਆ। ਉਹਦਾ ਕੋਈ ਅੰਤ ਨਹੀਂ ਪਾਇਆ ਜਾਂਦਾ। ਉੱਥੇ ਕਿੰਨਾ ਕੁਝ, ਪਰ ਇਹ ਗੁਰੂ ਨੂੰ ਸੁਣਨ ਦੇ ਨਾਲ ਪ੍ਰਾਪਤ ਹੋਵੇਗਾ। ਗੁਰ ਸੁਣੀਏ
ਮਨ ਰਸੀਐ, ਮਨ ਰੈਸਾ ਤੇ ਮਨ ਜਿਹੜਾ ਨਾ ਭੁੱਲਾ ਹੋਇਆ, ਸੁਣ ਮਨ ਭੁੱਲੇ ਬਾਵਰੇ। ਕਹਿੰਦੇ ਮਨਾ ਤੂੰ ਭੁੱਲਾ ਹੈ, ਸੁਣ। ਕਿਹਨੂੰ ਸੁਣਾ ਜੀ? ਗੁਰ ਕੀ ਸਿੱਖ ਸਹੀ, ਗੁਰੂ ਦੀ ਸਿੱਖਿਆ ਬੜੀ ਸਹੀ ਆ, ਇਹਨੂੰ ਸੁਣ ਲੈ ਕਰੇ। ਜੇ ਸੁਣ ਲਿਆ ਨਾ, ਇੱਥੇ ਆਇਆ ਹੋਇਆ ਸਫਲ ਹੋਵੇਗਾ। ਗੁਰੂ ਰਹਿਮਤ ਕਰਨ, ਸਾਨੂੰ ਸੁਣਨ ਦੀ ਜਾਚ ਦੱਸਦੇ ਨੇ। ਸੱਚ ਅਸੀਂ ਇੱਥੇ ਨਾ ਗੁਰੂ ਨੂੰ ਸੁਣਨ ਆਉਂਦੇ ਆ, ਤੇ ਧਿਆਨ ਜਿਹੜਾ ਨਾ ਕਈ ਵਾਰੀ ਇੱਥੇ ਆ ਕੇ ਅਸੀਂ ਕੋਲ ਬੈਠੇ, ਕਈ ਵਾਰੀ ਤੁਸੀਂ ਆਪ ਹੀ ਵੇਖ ਲੈਣਾ, ਸਾਡੇ ਰੋਜ਼ਮਰਾ ਦੇ ਜੀਵਨ ਦੇ ਵਿੱਚ ਇੱਕ ਦੋਸਤ ਦੂਜੇ ਦੇ ਕੋਲ ਗੱਲ ਕਰ ਰਿਹਾ ਹੈ, ਯਾਰ ਮੈਂ ਆਹ ਕੰਮ ਕਰਨਾ ਹੈ, ਤੇ ਉਹਨੇ ਯਾਰ ਕੀ ਆਖਿਆ ਤੂੰ ਗੱਲ? ਆਂਦੇ ਤੇਰੇ ਕੰਨ ਦੇ ਕੋਲ ਤੇ ਕਹਿਣ ਆ। ਕਹਿੰਦਾ ਮੈਂ ਕਿਤੇ ਬਾਹਰ ਟੁਰ ਗਿਆ ਸੀ, ਸੁਣਿਆ ਨਹੀਂ, ਪਰ ਧਿਆਨ ਬਾਹਰ ਚਲਾ ਗਿਆ। ਜਦੋਂ ਧਿਆਨ ਬਾਹਰ ਗਿਆ ਹੈ, ਸੰਗਤ ਵਿੱਚ ਆ ਕੇ ਜਦੋਂ ਧਿਆਨ ਬਾਹਰ ਗਿਆ, ਗੁਰੂ ਨਹੀਂ ਸੁਣਿਆ ਜਾਏਗਾ, ਪਰ ਜਦੋਂ ਸੰਗਤ ਦੇ ਵਿੱਚ ਆ ਕੇ ਦਾ ਧਿਆਨ ਇਕਾਗਰ ਹੋ ਗਿਆ ਹੈ ਨਾ, ਉਦੋਂ ਫਿਰ ਇਹ ਸੱਚ ਆਪਣੇ ਗੁਰੂ ਦੇ ਨਾਲ ਗੱਲਾਂ ਕਰੇਗਾ, ਬਾਤਾਂ ਕਰੇਗਾ, ਬੜੀਆਂ ਪਿਆਰ ਪਿਆਰ ਦੀਆਂ ਮਿੱਠੀਆਂ ਗੱਲਾਂ ਕਰੇਗਾ, ਕਿਉਂਕਿ ਇਹਨੇ ਸੁਣ ਲਿਆ ਹੈ। ਤੇ ਗੁਰੂ ਫਿਰ ਆਖੇਗਾ ਆਹੋ ਸਿੱਖਾ, ਤੂੰ ਸੁਣਿਆ ਨਾ ਮੈਨੂੰ, ਆ ਹੁਣ ਤੂੰ ਆਖ ਤੇ ਮੈਂ ਤੇਥੋਂ ਸਦਕੇ ਜਾਣਾ। ਸੁਣ ਸੁਣ ਆਖੈ ਮਾਨੈ ਨਾਉ, ਨਾਨਕ ਤਿੰਨ ਬਲਿਹਾਰੇ। ਜਾਉ ਮੈਂ ਸਦਕੇ ਜਾ ਉਹਨਾਂ ਦੇ ਜਿਨ੍ਹਾਂ ਨੇ ਸੁਣ ਲਿਆ ਹੈ ਬਾਣੀ ਨੂੰ। ਤੇ ਬਾਣੀ ਤੇ ਬੋਲ ਰਹੀ ਹੈ, ਤੇ ਉਹ ਵੀ ਕਹਿੰਦੀ ਤੂੰ ਹੀ ਬੋਲ, ਬੋਲ ਸੁਧਰਮੀੜਿਆ ਮੋਨ ਕਤ ਤਾਰੀ ਰਾਮ। ਤੂੰ ਮੋਨੀ ਹੋ ਗਿਆ, ਤੂੰ ਸੁਣਿਆ ਨਹੀਂ, ਬੋਲ। ਇਸ ਕਰਕੇ ਆਇਆ ਸੀ ਇਹ ਸੁਣਨ ਵਾਸਤੇ, ਬੋਲਣ ਵਾਸਤੇ। ਤੇ ਸਾਹਿਬ ਕਹਿੰਦੇ ਕੀ ਬੋਲੋਗੇ ਬਈ? ਅਸੀਂ ਰੋਜ਼ ਬੋਲੇ ਬੋਲੋ ਸਤ ਨਾਮ ਕਰਤਾ ਹੁਣ ਬਹੁੜ ਨਾ ਆਉਣ ਵਾਰ, ਫਿਰ ਨਹੀਂ ਆਉਣਾ ਪਏਗਾ। ਤੇ ਰੋਜ਼ ਤੁਸੀਂ ਸਾਰੇ ਗੁਰੂ ਘਰਾਂ ਜਾਂਦਾ ਬੋਲੇ ਸੋ ਨਿਹਾਲ। ਜਿਹੜਾ ਬੋਲੇਗਾ ਉਹ ਹੀ ਨਿਹਾਲ ਹੋਵੇਗਾ ਸੁਣ ਸੁਣ ਕੇ, ਤੇ ਜਿਹਨੇ ਬੋਲਿਆ ਨਹੀਂ ਨਿਹਾਲ ਕਿਵੇਂ ਹੋ ਜਾਏਗਾ? ਸੱਚ ਹੈ, ਅਸੀਂ ਆਏ ਹਾਂ ਸੁਣ ਕੇ ਬੋਲੀਏ। ਜਿਸ ਬੱਚੇ ਨੇ ਜਗਤ ਨਹੀਂ ਸੁਣਿਆ ਉਹ ਬੋਲੇਗਾ ਨਹੀਂ, ਜਿਸ ਸਿੱਖ ਨੇ ਗੁਰੂ ਨੂੰ ਨਹੀਂ ਸੁਣਿਆ ਉਹ ਕਦੀ ਬੋਲ ਨਹੀਂ ਸਕੇਗਾ। ਇਹ ਬੋਲਣ ਵਾਸਤੇ ਸੁਣਨਾ ਜਿਹੜਾ ਅਤੀ ਜ਼ਰੂਰੀ ਹੈ। ਇਸ ਕਰਕੇ ਅਸੀਂ ਆਪਣੇ ਗੁਰੂ ਨੂੰ ਸੁਣੀਏ, ਤੇ ਗੁਰੂ ਸਾਡਾ ਬੋਲ ਰਿਹਾ, ਦਿਨੇ ਰਾਤ ਬੋਲ ਰਿਹਾ ਹੈ। ਗੁਰੂ ਤੇ ਸੌਂਦਾ ਹੀ ਨਹੀਂ, ਗੁਰੂ ਤੇ ਜਾਗਦਾ ਰਹਿੰਦਾ ਹੈ, ਜਦੋਂ ਮਰਜੀ ਇਹਦੇ ਨਾਲ ਗੱਲ ਕਰ ਲਓ। ਇਸ ਕਰਕੇ ਗੁਰੂ ਰਹਿਮਤ ਕਰੇ। ਆਪ ਜੀ ਸਾਰੀਆਂ ਸੰਗਤਾਂ ਦਾ ਧੰਨਵਾਦੀ ਹਾਂ, ਆਪ ਜੀ ਨੇ ਸੁਣਿਆ। ਅਸੀਂ ਆਪਣੀ ਕੋਈ ਨਹੀਂ, ਅਸੀਂ ਤੇ ਗੱਲ ਹੀ ਆਪਣੇ ਬਾਪੂ ਦੀ ਕੀਤੀ ਹੈ, ਤੇ ਕਰਨੀ ਵੀ ਇਹਦੀ ਹੈ, ਕਰਨੀ ਵੀ ਇਹਦੀ ਹੈ। ਕਿਉਂਕਿ ਇਹਦੀ ਗੱਲ ਕਰਨ ਦੇ ਨਾਲ ਦਰਗਾਹ ਵਿੱਚ ਥਾਂ ਮਿਲੇਗੀ। ਦੂਜੇ ਦੀ ਗੱਲ ਕਰੋਗੇ ਧੱਕੇ ਦੇ ਮਿਲ ਸਕਣਗੇ, ਬਾਕੀ ਕੱਖ ਵੀ ਨਹੀਂ ਮਿਲੇਗਾ। ਦੂਜੇ ਦੇ ਨਹੀਂ। ਏਕ ਛੋੜ ਦੂਜੇ ਲੱਗੇ, ਡੁੱਬੇ ਸੇ ਬਣ ਜਾ। ਕਹਿੰਦੇ ਇਸ ਕਰਕੇ ਇੱਕ ਨੂੰ ਨਾ ਛੱਡਿਓ ਜੀ, ਇੱਕ ਦੇ ਨਾਲ ਜੁੜੇ ਰਹੋ ਜੀ। ਸਮਾਂ ਜਿਹੜਾ ਹੈ ਉਹ ਜਿਤਨਾ ਆਪ ਜੀ ਨੇ ਬਖਸ਼ਿਸ਼ ਕੀਤਾ ਉਹ ਸੰਪੂਰਨ ਹੈ। ਗੁਰੂ ਰਹਿਮਤ ਕਰਨ ਇਸੇ ਤਰ੍ਹਾਂ ਮਿਲ ਬੈਠ ਕੇ ਸਿੱਖ ਸੁਣ ਸਕੇ ਤੇ ਸੁਣਾ ਸਕੇ, ਸੁਣ ਕੇ ਲਿਵ ਜੋੜ ਸਕੇ ਜੀ। ਗੁਰੂ ਕਿਰਪਾ ਕਰੇ। ਬੇਅੰਤ ਭੁੱਲਾਂ ਦਾਸ ਦੀਆਂ ਮੇਰੀਆਂ ਆਪਣੀਆਂ ਨਿੱਜੀ ਨੇ, ਕਿਉਂਕਿ ਬੋਲ ਜੋ ਰਿਹਾ, ਬੋਲਣ ਵਾਲਾ ਗਲਤੀ ਕਰਦਾ, ਸੁਣਨ ਵਾਲਾ ਕਦੀ ਗਲਤੀ ਨਹੀਂ ਕਰਦਾ। ਉਹ ਤਾਂ ਸੁਣ ਰਿਹਾ ਬੜਾ ਇਕਾਗਰ ਹੈ। ਅਸੀਂ ਤੇ ਇੱਧਰ ਉੱਧਰ ਕਈ ਥਾਂ ਭੱਜਣਾ ਹੁੰਦਾ। ਭੁੱਲਾਂ ਨਾ ਚਿਤਾਰਨੀਆਂ ਅੱਗੋਂ ਵਾਸਤੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਅਸੀਸ ਅਤੇ ਬਖਸ਼ੀਸ਼ ਰੂਪੀ ਛੜੀ ਰੱਖ ਕੇ ਸੇਵਾ ਦੇ ਯੋਗ ਬਣਾਉਣ ਦੀ ਕਿਰਪਾਲਤਾ ਕਰਨ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।